नाचे मन मोरा मगन तिगदा धिगी धिगी, नाचे मन मोरा मगन तिगदा धिगी धिगी, नाचे मन मोरा मगन तिगदा धिगी धिगी। बदरा गिर आए रुत है भिगी भिगी, नाचे मन मोरा मगन तिगदा धिगी धिगी, नाचे मन मोरा मगन तिगदा धिगी धिगी, तिगदा धिगी धिगी तिगदा। कुहू के कोयलिया, कुहू के कोयलिया कहीं दूर पपिया पुकारे। झूला झूले सखियां, झूला झूले सखियां के घर आजा बालम हमारे। गिर आए बदरा गिर आए रुत है भिगी भिगी, नाचे मन मोरा मगन तिगदा धिगी धिगी, नाचे मन मोरा मगन तिगदा धिगी धिगी, तिगदा धिगी धिगी तिगदा। नाचे रे मन मोरा रे, नाचे मन मोरा मगन तिगदा, नाचे मन मोरा नाचे मन मोरा मगन तिगदा धिगी धिगी, नाचे मन मोरा, नाचे मन मोरा मगन तिगदा धिगी धिगी, तिगदा धिगी धिगी तिगदा धिगी धिगी। अस्सलाम वालेकुम नाज़रीन, प्रोग्राम में खुश आमदीद नाज़रीन। भूल गया सब कुछ, याद नहीं अब कुछ, हे हो बस एक बात ना भूली। ऑडियंस आई लव यू, वीवर्स वीवर्स लव यू। वाह बहुत अच्छा कमेंट्स करने वाले रह गए, कमेंट्स ਨੂੰ ਛੱਡ ਦੇ ਨਾਜ਼ਰੀਨ। ਅੱਜ ਫੈਸਲ ਰਾਮ ਮੈਂ ਬਹੁਤ ਦੁੱਖ ਚ ਆਈ ਦੀ ਸਿਮਰਨ ਵਾਲੀ ਸਟੋਰੀ ਜਿਹੜੀ ਨਾ किस मोड़ ते ਬਹੁਤ ਜ਼ਿਆਦਾ ਟੈਨਸ਼ਨ ਚ। ਮੈਂ ਕਿਹਾ ਸੀ ਮੈਂ ਨਹੀਂ ਕਰਨੀ, ਲੇਕਿਨ ਹਾਲਾਤ ਬਹੁਤ ਵਿਗੜ ਗਏ ਨੇ ਔਰ ਬਹੁਤ ਸਾਰੇ ਲੋਕਾਂ ਦੀ ਫਰਮਾਇਸ਼ ਵੀ ਸੀ ਕਿ ਸਿਮਰਨ ਦਾ ਕੀ ਬਣਿਆ। ਮੈਂ ਕਿਹਾ ਫੈਸਲ ਅੱਜ ਸਿਮਰਨ ਆ ਜਿਹੜਾ ਸਿਮਰਨ ਕਰਦੀ ਹੈ, ਜਦੋਂ ਚਿੰਬੜਾਂਗੇ ਪਤਾ ਲੱਗ ਜਾਊਗਾ। ਫੈਸਲ ਸਾਹਿਬ ਸੁਣਾਓ ਕੀ ਬਣਿਆ ਸਿਮਰਨ ਦਾ? ਸਿਮਰਨ ਮਰੀਦ ਆ ਇਹ ਸਾਜੀ ਕੀ ਪੁੱਛ ਲਿਆ ਜੀ? ਸਿਮਰਨ ਉਹਨਾਂ ਨੇ ਸਿਮਰਨ ਦਾ ਪੁੱਛਿਆ ਨਾ, ਸਿਮਰਨ ਦਾ ਪੁੱਛਿਆ ਮੈਂ। ਸਾਜੀ ਤੁਹਾਡੀ ਨੋ ਹੈ ਨਾ, ਉਹਦਾ ਨਾਮ ਨਾ ਤੁਸੀਂ ਤਰੀਕੇ ਨਾਲ ਲਿਆ ਕਰੋ ਸਾਜੀ। ਨਹੀਂ ਸਿਮਰਨ ਚਲਾ ਲਈ ਕਿ ਬੰਦ ਹੋਈ ਹੈ? ਓਏ ਸਿਮਰਨ ਸਿਮਰਨ ਅੱਛਾ ਸਿਮਰਨ ਦਾ ਸਿਮਰਨ ਜਿਹੜੀ ਨਾ ਉਹ ਇਸ ਟਾਈਮ ਸਿਮਰਨ ਕਰ ਗਈ। ਹਾਂ ਸਾਜੀ ਉਹ ਨਾ ਉਸ ਅੱਲਾ ਮਾਫੀ ਦੇ ਕਹਿਣਾ ਨਹੀਂ ਚਾਹੀਦਾ, ਉਹ ਘਰੇਲੂ ਗੱਲ ਹੈ, ਸ਼ੇਅਰ ਨਹੀਂ ਕਰਨੀ ਕਿਸੇ ਨਾਲ। ਮੈਂ ਫੇਰ ਕਹਿਣ ਦਿੰਦਾ ਨਹੀਂ ਅਸੀਂ 5 ਲੱਖ ਬੰਦਾ ਵਾ, ਇਤੋਂ ਤੇਰੀ ਗੱਲ ਬਾਹਰ ਨਹੀਂ ਜਾਏਗੀ 6 ਲੱਖ ਤੋਂ। ਉਹ ਸਾਜੀ ਨਾ ਲੜਾਈਆਂ ਬਹੁਤ ਪੈ ਗਈਆਂ ਸੀਗੀਆਂ, ਇੰਨੀਆਂ ਕੁ ਫਰੀਦ ਲੜਾਈਆਂ ਪੈ ਗਈਆਂ ਕਿਉਂਕਿ ਜਿਹੜੀ ਰਿਸ਼ਤੇ ਕਰਾਉਣ ਵਾਲੀ ਮਾਈ ਉਹ ਵੀ ਇਸ਼ਕ ਦੇ ਵਿੱਚ ਮੁਬਤਲਾ ਹੈ, ਉਧਰੋਂ ਹਾਈ ਸਾਹਿਬ ਵੀ ਠੀਕ ਹੈ, ਸਾਹਿਬ ਆ ਗਏ ਪਹਿਲੇ ਟਰੀ ਚਾਜੀ ਹਾਈ ਸਾਹਿਬ ਵੀ ਉਹ ਇਸ਼ਕ ਦੇ ਵਿੱਚ ਇੰਜ ਮੁਬਤਲਾ, ਉਹ ਵੀ ਖਾਣਾ ਪੀਣਾ ਛੱਡ ਦਿੱਤਾ। ਉਧਰੋਂ ਉਹ ਜਿਹੜੀ ਰਿਸ਼ਤੇ ਵਾਲੀ ਮਾਈ ਉਹਨੇ ਵੀ ਖਾਣਾ ਪੀਣਾ ਛੱਡਤਾ। ਮਾੜੇ ਹੋਏ ਆਹੋ ਮੈਂ ਹੁਣ ਘਰ ਗਿਆ ਵਾ ਤੇ ਸਿਮਰਨ ਹੁਣ ਮੈਨੂੰ ਬੋਲਣ ਲੱਗ ਪਈ ਕਿ ਫੈਸਲ ਤੁਮਨੇ ਅੱਛਾ ਨਹੀਂ ਕੀਤਾ। ਮੈਂ ਕਿਹਾ ਮੈਨੂੰ ਹੁਣ ਕੀ ਪਤਾ ਸੀ, ਲੇਕਿਨ ਮੈਂ ਕਿਹਾ ਜਿਹੜਾ ਨਾ ਫਰੀਦ ਇਸ਼ਕ ਕਰਦਾ ਉਹੀ ਇਸ਼ਕ ਵਾਲਿਆਂ ਦਾ ਦਰਦ ਸਮਝ ਸਕਦਾ। ਅੱਛਾ ਯਾਰ ਇਹ ਵਿਚਲੀਆਂ ਗੱਲਾਂ ਛੱਡ ਕੇ ਨਾ ਸਿੱਧਾ ਮੁੱਦੇ ਤੇ ਆ। ਅੱਛਾ ਮੁੱਦੇ ਤੇ ਸਾਰੀ ਅਸੀਂ ਏਡੇ ਵੇਲੇ ਨਹੀਂ ਹੈਗੇ ਵੀ ਜਿਹੜਾ ਫਰੀਦ ਨਾ ਇਸ਼ਕ ਇਹ ਮਸਾਲਾ ਮਸੂਲਾ ਸਾਨੂੰ ਪਤਾ ਸਾਰੀਆਂ। ਚਲੋ ਠੀਕ, ਪਿਆਰ ਕਰਤੇ ਹੈ ਸਿਮਰਨ ਤੇ ਲੈ ਕੇ ਜਾ ਸਾਨੂੰ ਸਿਮਰਨ ਤੇ ਉਸਤਾਦ ਜੀ ਮੈਂ ਲੈ ਕੇ ਜਾਣਾ। ਸਭ ਤੋਂ ਪਹਿਲੇ ਨੰਬਰ ਤੇ ਹੋਇਆ ਕਿ ਉਹ ਜਿਹੜੀ ਰਿਸ਼ਤੇ ਵਾਲੀ ਮਾਈ ਉਹ ਵਿਚਾਰੀ, ਤੈਨੂੰ ਮੈਂ ਕਿਹਾ ਆ ਨਹੀਂ ਗੱਲ ਕਰਨੀ ਕਿ ਵੀ ਸਭ ਤੋਂ ਪਹਿਲੇ ਨੰਬਰ ਤੇ ਹੋਇਆ ਕੀ, ਸਿੱਧੀ ਗੱਲ ਕਰ। ਅੱਛਾ ਸਿੱਧੀ ਗੱਲ ਹੈ ਵੇ ਮਾਈ, ਨਹੀਂ ਐ ਨਹੀਂ ਨਾ ਕਹਿਣਾ ਕਿ ਸਿੱਧੀ ਗੱਲ ਹੈ ਵੇ, ਗੱਲ ਸ਼ੁਰੂ ਕਰ। ਉਸਤਾਦ ਜੀ ਉਹ ਮਾਈ ਉਹ ਯਾਰ ਨਹੀਂ ਨਾ ਇਹ ਨਹੀਂ ਨਾ ਕਹਿਣਾ ਉਸਤਾਦ ਜੀ ਉਸਤੂ ਜੀ ਮਤਲਬ ਜਿਹੜੀ ਅਸਲ ਕਹਾਣੀ ਉਹ ਸ਼ੁਰੂ ਕਰ, ਉਸ ਤੋਂ ਪਹਿਲੇ ਇੱਕ ਲਫ਼ਜ਼ ਵੀ ਨਹੀਂ ਬੋਲਣਾ। ਮਾਈ ਦਾ ਮੁੰਡਾ ਗੁੱਸੇ 'ਚ ਸੀਗਾ। ਓਕੇ ਮਾਈ ਦਾ ਮੁੰਡਾ ਗੁੱਸੇ 'ਚ ਸੀਗਾ। ਉਹਨੇ ਦੋ ਵਾਰੀ ਕਿਉਂ ਗਿਆ? ਜਦੋਂ ਮੈਂ ਪਹਿਲੀ ਵਾਰੀ ਜੀ ਸੁਣ ਲਿਆ ਵੀ ਮਾਈ ਦਾ ਮੁੰਡਾ ਗੁੱਸੇ ਸੀ, ਦੁਬਾਰਾ ਕਾਹਤੋਂ ਗਿਆ? ਰਿਪੀਟ ਨਾ ਕਰ। ਤੂੰ ਤੇਰੇ ਘਰ ਕਹਾਣੀ, ਤੇਰੇ ਘਰ
ਮਾਵਾਂ ਕਹਾਣੀਆਂ ਹੈ ਨਹੀਂ, ਤੈਨੂੰ ਸੁਣਾਉਣੀ ਨਹੀਂ? ਸਾਡੇ ਘਰ ਕਿੱਸੇ ਕਹਾਣੀਆਂ ਹੈ ਨਹੀਂ। ਆਹੋ ਚੱਲ। ਚੱਲ ਮਾਈ ਦਾ ਮੁੰਡਾ ਉਸਤਾਦ ਜੀ ਗੁੱਸੇ 'ਚ ਉਹਨੇ ਕਿਹਾ ਜੀ ਅੱਜ ਮੈਂ ਵੱਢ ਦੇਣਾ ਸਾਰਾ ਕੁਝ, ਮਾਰ ਮੂਰ ਦੇਣਾ। ਓਕੇ। ਰਹਿੰਦੀ ਨਹੀਂ, ਉਹ ਬੰਦਿਆਂ 'ਚ ਉੱਠਣ ਬੈਠਣ ਵਾਲਾ ਬੰਦਾ ਸੀਗਾ, ਬਦਮਾਸ਼ ਸੀ। ਲੇਕਿਨ ਉਹ ਮਾਂ ਦੇ ਤੋਂ ਮਜਬੂਰ। ਓਏ ਓਏ ਹੋਏ ਹੋਏ। ਮਾਂ ਨੇ ਕਿਹਾ ਪੁੱਤਰ ਮੈਂ ਤੈਨੂੰ ਸਾਰਾ ਕੁਝ ਮਾਫ ਕੀਤਾ, ਮੈਂ ਤੈਨੂੰ ਕਦੇ ਮਾਫ ਨਹੀਂ ਕਰਾਂਗੀ ਜੇ ਮੇਰੀ ਇਹ ਖੁਆਇਸ਼ ਨਾ ਪੂਰੀ ਹੋਈ। ਕਿਹੜੀ? ਹਾਜੀ ਨਾਲ ਵਿਆਹ ਕਰਾਉਣਾ ਕਹਿੰਦੀ ਮੈਂ। ਹਾਜੀ ਨਾਲ ਦਾ ਵਿਆਹ ਹੋਇਆ ਨਹੀਂ ਹਲੇ? ਉਸਤਾਦ ਜੀ ਕਦੋਂ ਹੋਇਆ ਸੀ? ਇੱਥੇ ਹੀ ਤੇ ਮੁੱਦਾ ਪਿਆ ਜਿਹੜਾ ਅੱਛਾ ਕੰਮ। ਫਿਰ ਉਹ ਕਹਿੰਦਾ ਠੀਕ ਹੈ ਮਾਂ ਜੀ। ਉਹ ਵਿਚਾਰਾ ਫਿਰ ਉਹ ਕਹਿੰਦਾ ਕਾਤੋਂ ਕਿਹਾ ਤੂੰ ਕਿਹਾ ਉਹ ਕਹਿੰਦਾ ਠੀਕ ਆ? ਉਹ ਕਹਿੰਦਾ ਠੀਕ ਹੈ। ਹਾਂ ਚੱਲ। ਉਹ ਕਹਿੰਦਾ ਠੀਕ ਹੈ ਮਾਂ ਜੀ। ਯਾਰ 2 ਵਾਰੀ ਕਿਉਂ ਕਹਿਣਾ ਯਾਰ? ਇੱਕ ਵਾਰੀ ਕਹਿ ਯਾਰ। ਚੱਲ। ਮਾਈ ਕਹਿੰਦੀ ਓਕੇ। ਓਕੇ। ਮੁੰਡੇ ਨੇ ਵੀ ਕਹਿਤਾ। ਮਾਈ ਕਹਿੰਦੀ ਓਕੇ। ਯਾਰ ਤੁਸੀਂ ਰਿਪੀਟ ਨਾ ਕਰੋ ਯਾਰ, ਉਹਨੂੰ ਸੁਣਾਉਣ ਦਿਓ, ਤੁਸੀਂ ਚੁੱਪ ਕਰ ਜਾਓ। ਮੈਂ ਜਾਣਾ ਤੇ ਫੈਸਲ ਜਾਣੇ। ਇਹਦੀ ਅੱਜ ਮੈਂ ਕਹਾਣੀ ਸਿੱਧੀ ਕਰਾਉਣੀ। 15 ਮਿੰਟ ਦਾ ਕੰਮ ਆ, ਤੂੰ 45 ਮਿੰਟਾਂ 'ਚ ਸੁਣਾਉਣਾ। ਚੱਲ ਅੱਗੇ। ਮਾਈ ਕਹਿੰਦੀ ਓਕੇ। ਮਾਈ ਕਹਿੰਦੀ ਓਕੇ। ਹਾਂ ਉਹ ਗਿਆ ਫਿਰ ਆਪਣੀ ਅੰਮੀ ਨੂੰ ਲੈ ਕੇ ਹਾਜੀ ਸਾਹਿਬ ਦੇ ਘਰ। ਠੀਕ ਆ। ਹੱਥ ਮੰਗਣ। ਆਹੋ ਯਾਰ ਠਹਿਰ ਜੋ ਯਾਰ। ਅੱਛਾ ਕੁਦਰਤੀ ਗੱਲ ਮੈਂ ਵੀ ਉੱਥੇ ਹੀ ਸੀ ਉਸਤਾਦ ਜੀ। ਅੱਛਾ। ਗੁੱਡ ਲੱਕ ਹੋ ਗਈ। ਨਹੀਂ ਤੂੰ ਕੁਦਰਤੀ ਗੱਲ ਕਿਉਂ ਕਹਿ? ਤੂੰ ਕਹਿ ਵੀ ਮੈਂ ਵੀ ਉੱਥੇ ਹੀ ਸੀ। ਆਹ ਮੈਂ ਵੀ ਉੱਥੇ ਹੀ ਸੀ ਉਸਤਾਦ ਜੀ। ਤੇ ਉਹ ਹੁਣ ਮਾਈ ਦਾ ਮੁੰਡਾ ਨਹੀਂ ਉਹ ਹਣਾ ਕੀ ਹੁੰਦਾ? ਉਹ ਹਣਾ ਕੀ? ਸਿੱਧਾ ਕਹਿ ਕੁਦਰਤੀ। ਤੂੰ ਕਹਿ ਮੈਂ ਵੀ ਉੱਥੇ ਹੀ ਸੀ। ਮਾਈ ਦਾ ਮੁੰਡਾ ਇਦਾਂ ਦਾ ਹੋਇਆ, ਮਾਈ ਦੇ ਮੁੰਡੇ ਨੂੰ। ਆਹੋ ਆਹੋ ਕੁਦਰਤੀ ਗੱਲ ਆ। ਉਹ ਹਣਾ ਇਹ ਨਾ ਪਾ ਐਕਸਟਰਾ ਗੱਲਾਂ ਨਾ ਪਾ। ਚੱਲ ਨਾ ਕਰ ਯਾਰ। ਯਾਰ ਚੱਲ ਤੂੰ ਯਾਰ ਉਹ ਨਹੀਂ ਬੋਲਦੇ। ਉਹਨਾਂ ਨੇ ਕੱਢੀ ਅੱਜ ਜਾਂਦੇ ਮੈਂ ਉਹਨਾਂ ਨੂੰ ਨਹੀਂ ਬੋਲਣ ਦੇਣਾ। ਅੱਜ ਮੈਂ ਤੇਰੇ ਕੋਲ ਸਟੋਰੀ ਸੁਣਨੀ ਹੈ। ਤੂੰ ਵੀ ਉੱਥੇ ਸੀ। ਉਹ ਇਹ ਹਨਾ ਤੋਂ ਬਾਅਦ ਕੀ ਹੋਇਆ? ਦਰਵਾਜ਼ਾ ਖੜਕਿਆ। ਹਾਂ ਠੀਕ ਆ। ਹਾਜੀ ਸਾਹਿਬ ਕਹਿੰਦੇ ਕੌਣ? ਓਕੇ। ਮਾਈ ਦਾ ਮੁੰਡਾ ਦੇ ਨਾਲ ਮਾਈ। ਓਕੇ। ਉਹ ਅੰਦਰ ਆ ਗਏ ਦੋਵੇਂ ਜਣੇ। ਓਕੇ। ਤੇ ਹਾਜੀ ਨੂੰ ਨਾ ਚਾਹ ਹੀ ਚੜ ਗਈ। ਠੀਕ ਆ। ਇੰਨੇ ਆਹੋ। ਤੇ ਉਹ ਨਾ ਸਿਮਰਨ ਵੀ ਆ ਤੇ ਗਈ। ਉਹ ਹਨਾ ਕੀ? ਤੇ ਉਹ ਹਨਾ ਕੀ? ਇਹ ਕਿਹੜੀ ਸਟੋਰੀ ਹੈ? ਤੇ ਉਹ ਹਨਾ ਹਾਜੀ ਨੂੰ ਚਾਹ ਚੜ ਗਏ, ਸਿਮਰਨ ਆ ਗਈ ਵਿੱਚ। ਉਹ ਹਨਾ ਕੀ? ਸਿਮਰਨ ਆ ਗਈ। ਹਾਂ ਕਹਿੰਦੀ पापा कौन आया है? तुम लोग। यकदम उन्होंने ध्यान उन्होंने पे पै गया। ओके। कहती तुम लोग क्या कर रहे हो यहाँ पे? हाँ क्या लेने आए? आहो क्या लेने आए हो यहाँ पे? मैं हूँ सिमरन नूं कहा, मैं कहा पागल मेहमान आए हैं इंज नहीं बोली दा। वो कहती चुप कर जाओ फैसल तुम भी। मैं चुप कर गया। मैं कहा यार मेरा प्यार। आहो ਉਹ ਹਨਾ ਹਾਈ ਸਾਹਿਬ ਨੂੰ ਕਹਿੰਦੇ ਕਿ ਮੇਰੀ ਉਹ ਹਨਾ ਕਿਉਂ ਕਹਿਣਾ ਤੂੰ? ਯਾਰ ਤੁਹਾਨੂੰ ਯਾਰ ਉਹ ਹਨਾ ਕਿਉਂ ਆ? ਉਹ ਹਨਾ ਕੀ ਆ? ਹਾਈ ਸਾਹਿਬ ਨੂੰ ਕਹਿੰਦੀ। ਅੱਧਾ ਸੈਕਿੰਡ। ਸਿਮਰਨ ਹਾਈ ਸਾਹਿਬ ਨੂੰ ਕਹਿੰਦੀ ਉਹ ਹਨਾ ਆਪਣਾ ਗੱਲ ਕਰ ਦੇਣਾ ਫਲਾਣ। ਇਹ ਕਿਉਂ ਐਕਸਟਰਾ ਗੱਲਾਂ ਪਾ ਰਿਆਂ ਵਿੱਚ? ਉਹ ਹਨਾ ਤੋਂ ਇਲਾਵਾ ਗੱਲ ਕਰ। ਹਾਜੀ ਨੂੰ ਕਹਿੰਦੀ ਸਿਮਰਨ। ਸਿਮਰਨ ਨਹੀਂ, ਹਾਂ ਹਾਜੀ ਦਾ ਮੁੰਡਾ ਕਹਿੰਦਾ। ਹਾਜੀ ਦਾ ਮੁੰਡਾ ਕੀ ਕਹਿੰਦਾ? ਉਸਤਾਦ ਜੀ ਤੁਸੀਂ ਵੇਖਿਆ ਸਾਰੀ ਭੁਲਾਤੀ ਇੰਜ ਹੁੰਦੀ ਭਲਾ? ਇੰਜ ਹੀ ਹੁੰਦੀ ਹੈ। ਚੱਲ ਤੂੰ ਅੱਗੇ ਦੱਸ। ਅੱਛਾ ਫੇਰ ਹਾਜੀ ਦਾ ਮੁੰਡਾ ਕਹਿੰਦਾ ਹਾਜਨ ਨੂੰ। ਹਾਂ ਉਹ ਮੁੰਡਾ ਸੀਗਾ ਉਹਦਾ ਹਾਜਨ ਦਾ ਮੁੰਡਾ ਸੀਗਾ। ਉਹ ਨਾਲ ਆਪਣੀ ਅੰਮੀ ਨੂੰ ਲੈ ਕੇ ਆਇਆ ਤੇ ਹਾਈ ਸਾਹਿਬ ਨੇ ਪੁੱਛਿਆ ਕਿ ਖਾਣਾ ਪੀਣਾ ਕੀ? ਉਹ ਕਹਿੰਦੀ ਪਾਪਾ ਆਪ ਚੁੱਪ ਕਰ ਜਾਏ। ਹਾਂ ਸਿਮਰਨ ਕਹਿੰਦੀ। ਉਹ ਹਨਾ ਚੁੱਪ ਕਰ ਗਿਆ। ਕਹਿੰਦੀ ਕਿਆ ਲੈਣੇ ਆਏ ਹੋ यहाँ पे? ਸਿਮਰਨ ਉਹਨਾਂ ਨੂੰ ਕਹਿੰਦੀ। ਉਹ ਕਹਿੰਦਾ ਮੈਂ ਆਪਣੀ ਨਾ ਅੰਮੀ ਦੀ ਮੁਹੱਬਤ ਤੋਂ ਮਜਬੂਰ ਹੈਗਾ ਵਾਂ। ਮੇਰੀ ਅੰਮੀ ਨਾ ਸ਼ਾਦੀ ਕਰਨਾ ਚਾਹੁੰਦੀ ਇੱਥੇ। ਕਹਿੰਦੀ ਇਹ ਕਿਆ ਪੱਕ ਰਹੇ ਹੋ? ਸਿਮਰਨ ਨੇ ਕਿਹਾ। ਹਾਜੀ ਹਣਾ ਉਹਨੂੰ ਕਹਿੰਦਾ ਹਾਜੀ ਹਣਾ ਕੀ ਹੈ? ਹਾਜੀ ਹਣਾ ਉਹਨੂੰ ਕਹਿੰਦਾ। ਤੂੰ ਕਹ ਹਾਜੀ ਉਹਨੂੰ ਕਹਿੰਦਾ। ਹਾਜੀ ਉਹਨੂੰ ਕਹਿੰਦਾ ਹਾਂ ਹਣਾ ਨਹੀਂ ਪਾਉਣਾ ਹੁਣ ਵਿੱਚ। ਹਾਜੀ ਉਹਨੂੰ ਕਹਿੰਦਾ ਕਿ ਕੀ ਸਾਜੀ ਅੰਜ ਹੁੰਦਾ ਵਾ ਭਲਾ। ਯਾਰ ਇੰਨਾ ਕੁ ਮਾਰ ਜੁੱਦੀ। ਕੇ ਕੀ? ਹਾਜੀ ਉਹਨੂੰ ਕਹਿੰਦਾ ਆ ਗੱਲ ਕਿ ਹਾਜੀ ਉਹਨੂੰ ਕੀ ਕਹਿੰਦਾ? ਹਾਜੀ ਉਹਨੂੰ ਕਹਿੰਦਾ ਅੱਛਾ ਠੀਕ ਆ ਅੱਗੇ। ਸਾਜੀ ਅੱਜ ਨਹੀਂ ਹੁੰਦੀ ਘਰ। ਚੱਲ ਅੱਜ ਨਹੀਂ ਹੁੰਦੀ। ਐਨ ਹੁੰਦੀ ਆ। ਚੱਲ ਤੂੰ ਸੁਣਾ। ਉਹ ਕਹਿੰਦਾ ਮੇਰੀ ਅੰਮੀ ਤੇਰੇ ਅੱਬੂ ਨਾਲ ਸ਼ਾਦੀ ਕਰਨਾ ਚਾਹੁੰਦੀ। ਮੈਂ ਆਪਣੀ ਮਾਂ ਦੀ ਮੁਹੱਬਤ ਤੋਂ ਮਜਬੂਰ ਹੋ ਗਿਆ। ਮੁਆਸ਼ਰਾ ਮੈਨੂੰ ਜੋ ਗੱਲਾਂ ਕਰੇ ਮੈਨੂੰ ਕਿਸੇ ਦੀ परवाह नहीं। ओके। सिमरन कहती तुम्हारी जरूरत कैसे हुई है? तुमने ये ख्वाब देख लिया? तुम्हारी औकात क्या है? हाँ। 2 टके के तुम लोग ये ओनू गल्लां करन लग पई। ठीक है। फरीद मेरा बड़ा दिल दुखिया यार। मैं कहा ये सिमरन तुम ज्यादती हो। मैंने कहती चुप कर जाओ। हाजी साहब कहते मैं खाला तो बगैर नहीं रह सकता। और रिश्ते कराने की खाला सी ना जी, कहना मैं उस तो बगैर नहीं रह सकता। वो ना ਪੱਕਾ ਦਾ ਹਾਜੀ ਹੈ ਜਿਹੜਾ ਰਿਸ਼ਤੇ ਵਾਲਿਆਂ ਨਾਲ ਵਿਆਹ। अच्छा वो कहना मैं तो कहती पापा आप चुप कर जाए।
ਉਹ ਨਾ ਉਹਨੇ ਹੋਣਾ ਕੀ ਹੋਣਾ ਕਿਉਂ ਕਹਿਣਾ ਤੂੰ ਸਿੱਧੀ ਗੱਲ ਕਰ। ਉਹ ਕਹਿੰਦੀ ਆ ਪਾਪਾ ਚੁੱਪ ਕਰ ਜਾਏ, ਉਹਨੇ ਆ ਕੀਤਾ, ਉਹ ਚੁੱਪ ਕਰ ਜਾਏ, ਉਹ ਨਾ ਵਿੱਚ ਆਵੇ। ਸਿਮਰਨ ਗੁੱਸੇ 'ਚ ਆ ਗਈ। ਹਾਂ, ਸਿੱਧੀ ਨਾਪੀ ਤੋਲੀ ਗੱਲ ਕਰਨੀ ਹੈ। ਸਿਮਰਨ ਗੁੱਸੇ 'ਚ ਆ ਗਈ, ਉਹਨੇ ਦੁਨਾਲੀ ਪਿਸਤੌਲ ਕੱਢ ਲਈ। ਕਿੱਥੋਂ? ਉਹਨਾਂ ਨੇ ਟੰਗੀ ਹੋਈ ਸੀਗੀ ਸਾਹਮਣੇ। ਉਤੋਂ ਕੱਢ ਲਈ? ਨਹੀਂ, ਉੱਥੋਂ ਲਟਕੀ ਹੋਈ ਸੀ, ਉਹਨੇ ਲਾ ਲਈ ਸਿਮਰਨ ਨੇ। ਉਹਨੇ ਭਾਈ ਤਾਣ ਦਿੱਤੀ। ਭਾਈ ਕੌਣ? ਹਾਜਣ ਤੇ। ਨਹੀਂ ਭਾਈ, ਉਹਨੇ ਭਾਈ ਕਿਹੜਾ? ਉਹਨੇ ਹਾਜਣ ਦੇ ਤਾਣ ਦਿੱਤੀ। ਉਹਨੇ ਹਾਜਣ ਦੇ ਤਾਣ ਦਿੱਤੀ। ਉਹਨੇ ਭਾਈ ਕੀ ਹੁੰਦਾ? ਉਹਨੇ ਖਾਲਾ ਤੇ ਤਾਣ ਦਿੱਤੀ। खाला ਨੂੰ ਕਹਿੰਦੀ कि क्या तुम मेरे वालिद मोहतरम से शादी करना चाहते हो, तुम्हारी इतनी जरूरत। ਉਹਨੇ ਉਸਤਾਦ ਜੀ ਇੰਜ ਬੰਦੂਕ। ਉਹਨੇ ਉਸਤਾਦ ਜੀ ਕੀ ਹੁੰਦਾ? ਉਹਨੇ ਬੰਦੂਕ ਕੀਤੀ ਸਿੱਧੀ। ਉਹਨੇ ਉਸਤਾਦ ਜੀ ਫਿਰ ਹਨਾ ਉਹਨੇ ਬੰਦੂਕ ਸਿੱਧੀ ਜਦੋਂ ਕੀਤੀ ਹੈ ਨਾ, ਉਹ ਖਾਲਾ ਰਿਸ਼ਤੇ ਵਾਲੀ ਦੇ ਅੱਗੇ ਬੰਦੂਕ ਕੀਤੀ, ਅੱਗੇ ਹਾਜੀ ਆ ਗਿਆ। ਹਾਜੀ ਕਹਿੰਦਾ ਇਸ ਤੋਂ ਪਹਿਲੇ मैं मुझे मारे। ठीक है। ਉਹ ਕਹਿੰਦੀ पापा आप साइड पे आते हैं। ਉਹ ਕਹਿੰਦਾ ਮੈਂ ਸ਼ਾਦੀ ਕਰਨੀ ਤੇ ਇੱਥੇ ਹੀ ਕਰਨੀ, ਨਹੀਂ ਤੇ ਮੈਂ ਸਾਰੀ ਜ਼ਿੰਦਗੀ ਸ਼ਾਦੀ ਨਹੀਂ ਕਰਾਂਗਾ। ਹਾਜੀ ਕਹਿੰਦਾ? ਆਹੋ। ਅੱਛਾ। ਤੇ ਉਹ ਸਿਮਰਨ ਕਹਿੰਦੀ ਜੇ ਤੁਸੀਂ ਇਹਦੇ ਨਾਲ ਸ਼ਾਦੀ ਕਰਨੀ ਤੁਹਾਨੂੰ ਜਦਾਦ ਚੋਂ 1 ਰੁਪਈਆ ਨਹੀਂ ਮਿਲਣਾ। ਫਿਰ ਤੋਂ ਬਗੈਰ ਗੱਲ ਕਰ। ਅੱਛਾ, ਜਾਇਦਾਦ ਚੋਂ ਕਿੱਸਾ ਨਹੀਂ ਮਿਲਣਾ। ਫਿਰ ਹਾਜੀ ਰੋਂਦਾ ਰੋਂਦਾ ਨਾ ਉੱਥੇ ਕਮਰੇ 'ਚ ਚਲਾ ਗਿਆ ਤੇ ਬੈੱਡ ਤੇ ਜਾ ਕੇ ਕਹਿੰਦੇ ਚਲਾ ਗਿਆ ਬੈੱਡ ਤੇ। ਉਹ ਰੋਂਦਾ ਰੋਂਦਾ ਨਾ ਪੌੜੀਆਂ ਉਹਨੇ ਚੜੀਆਂ ਉੱਤੇ ਆਪਣੇ ਕਮਰੇ 'ਚ ਤੇ ਬੈੱਡ ਤੇ ਜਾ ਕੇ ਰੋਣ ਲੱਗ ਪਿਆ। ਜੀ ਜੀ। ਮੈਂ ਹੁਣ ਉੱਤੇ ਵੇਖਿਆ, ਮੈਂ ਵੀ ਨੱਸ ਗਿਆ। ਮੈਂ ਦੇਖੋ ਵੇਖਿਆ, ਮੈਂ ਦਰਵਾਜ਼ਾ ਖੋਲ੍ਹਿਆ, ਕਮਰਾ ਹੀ ਖੋਲ੍ਹਿਆ ਹੀ ਨਾ। ਮੈਂ ਫਿਰ ਇਹ ਮੋਢਾ ਮੇਰਾ ਬੜਾ ਉਦੋਂ ਕੰਮ ਕਰਦਾ ਹੁੰਦਾ ਸੀ ਵੀਰ, ਮੈਂ ਮੋਢੇ ਨਾਲ ਭਾਈ ਦਰਵਾਜ਼ਾ ਤੋੜਿਆ। ਮੈਂ ਕਿਹਾ ਕੋਈ ਕਰ ਹੀ ਨਾ ਲਵੇ। थल्ले मुंडा तो खाला रिश्तेदारी दोवें खलोते हुए। वो कहता अच्छा तुम इनकार कर रहे हो शादी से, कहती दफा हो जाओ यहाँ से। अच्छा। और मैं दरवाजा तोड़ के जो अंदर गया, मैं अंदर हाई साहब रोन डे। अच्छा। मैं कहा इस हौसला करो। कहते सिमरन दे अगे यानी कि साडा बस नहीं चलता भाई, जो भी फैसला करना मैनू ओहदी इज्जत प्यारी। वो फिर ना सिमरन थल्ले बैसन डई सी, उन्होंने चलो जो उन्होंने धक्के दे के बाहर कड्ढन डई सी। सिर्फ सिमरन बैसन दई सी। ਉਹ ਫਿਰਨਾ ਕਿਉਂ ਆ? ਇਹ ਕੀ ਆ ਉਹ ਫਿਰਨਾ? ਮੈਨੂੰ ਇਹਦਾ ਮਤਲਬ ਦੱਸ। ਉਹ ਫਿਰਨਾ ਕੀ ਆ? ਮੈਨੂੰ ਇਹਦਾ ਮਤਲਬ ਦੱਸ ਦੇ। ਉਹ ਫਿਰਨਾ ਹੁੰਦਾ ਕੀ ਆ? ਉਹ ਫਿਰਨਾ ਸਿਮਰਨ ਥੱਲੇ ਬੈਸਣ ਡਈ ਸੀ। ਨਹੀਂ, ਉਹ ਫਿਰਨਾ ਕਿਉਂ ਆ? ਮੈਂ ਸਿੱਧਾ ਇੱਕ ਵਾਰੀ ਤੈਨੂੰ ਸਮਝ ਨਹੀਂ ਆਉਂਦੀ? ਸਿੱਧਾ ਕਹਿ ਯਾਰ, ਤੈਨੂੰ 1 ਵਾਰੀ ਸਮਝਾਇਆ, 2 ਵਾਰੀ ਸਮਝਾਇਆ, 50 ਵਾਰੀ ਸਮਝਾਇਆ, ਮੈਂ ਹੁਣ ਇਸੇ ਕੰਮੇ ਲੱਗਾ ਰਵਾਂ। ਹੁਣ ਤੇਰੀ ਆਵਾਜ਼ ਨਾ ਆਵੇ ਉਹ ਕੀ ਆ, ਇਹ ਨਾ, ਉਹੇ ਨਾ, ਫੇਰ ਨਾ, ਫਜ਼ੂਲ ਐਕਸਟਰਾ ਲਫ਼ਜ਼ ਪਾਏ ਵਿੱਚ ਤੇ ਨਾ ਇਹ ਉਹ ਫਿਰ ਨਾ ਕਰ। ਸਿੱਧੀ ਗੱਲ ਕਰ ਜਿਹੜੀ ਕਰਨੀ ਹੈ। ਚੱਲ। ਥੱਲੇ ਸਿਮਰਨ ਬੈਸਣ ਡਈ ਸੀ। ਹਾਂ। ਸਿਮਰਨ ਦਾ ਖਾਲਾ ਦਾ ਮੁੰਡਾ ਵੀ ਬੈਸਣ ਡਿਆ ਆਪਸ ਦੇ ਵਿੱਚ। ਓਕੇ ਦੋਵੇਂ ਜਣੇ। ਓਕੇ। ਧੱਕੇ ਦੇ ਕੇ ਬਾਹਰ ਕੱਢਣ ਡਈ ਤੇ ਉਹਨੇ ਨਾ ਉਹ ਮੇਰੇ ਮੂੰਹ ਚੋਂ ਨਿਕਲ ਗਿਆ। ਅੱਲਾ ਦੀ ਕਸਮ ਹੈ। ਤੂੰ ਕਦੀ ਕਹਾਣੀ ਪੜ੍ਹੀ ਹੈ ਕੋਈ ਰਸਾਲੇ ਤੇ? ਆਹੋ। कभी लिखा किसी लिखारी ने कोई चीज लिखी हुए, वहां पे एक बंदा था, आगे लिखा हुए ओ फिरना वहां से इधर निकल गया? नहीं उस्ताद जी, कभी लिखिया पढ़िया? ਉਹ ਪੜਨ कभी कहानी च लफ्ज तू पढ़िया? ਸੁਣਾਉਣ ਦੇ ਵਿੱਚ ਹੋਰ ਹੁੰਦਾ ਤੇ ਪੜਨ ਚ ਹੋਰ ਹੁੰਦਾ। ਉਹਨੇ ਕਹਾਣੀ ਕਰਾਈ ਹੈ, ਜਦੋਂ ਵੀ ਕਰਾਈ ਹੈ। ਦੋਵੇਂ ਕਿਸੇ ਬੰਦੇ ਦੀ ਤੂੰ ਦੇਖ ਲੈ ਜਿਹੜੇ ਲਿਖਦੇ ਨੇ, ਉਹਨਾਂ ਦੀ ਕਹਾਣੀ ਮੈਨੂੰ ਦੱਸੀ। ਉਹ ਫਿਰਨਾ, ਇਹ ਨਾ, ਉਹ ਨਾ, ਇਹ ਨਾ, ਇੱਕ ਤੇ ਲਿਖਿਆ ਹੁੰਦਾ, ਕਿਤੇ ਨਹੀਂ ਲਿਖਿਆ ਹੁੰਦਾ। ਚੱਲ। ਖਾਲਾ ਦਾ ਮੁੰਡਾ ਗੁੱਸੇ ਚ ਆ ਗਿਆ ਹੁਣ ਉਹ ਵੀ। ਹਾਂ ਓਕੇ। ਉਹਨੇ ਉੱਚੀ ਆਵਾਜ਼ ਮਾਰੀ, ਹਾਜੀ ਸਾਹਿਬ। ਹਾਂ। ਹੁਣ ਉੱਤੇ ਮੈਂ ਬੈਠਾ ਸੀ ਹਾਜੀ ਸਾਹਿਬ ਦੇ ਨਾਲ। ਹਾਜੀ ਸਾਹਿਬ ਤੇ ਅਸੀਂ ਬਾਲਕੋਨੀ ਚ ਆ ਗਏ, ਟੈਰਸ ਦੇ ਵਿੱਚ। ਠੀਕ ਹੈ। ਸਿਮਰਨ ਵੀ ਉੱਤੇ ਚੜ ਗਈ ਪੌੜੀਆਂ। ਠੀਕ ਹੈ। ਅਸੀਂ ਹੁਣ ਤਿੰਨੇ ਜਣੇ ਬਾਲਕੋਨੀ ਚ ਖਲੋਤੇ ਹਾਂ। ਉਹ ਥੱਲੋਂ ਨਾ ਹਾਜੀ, ਉਹ ਖਾਲਾ ਦਾ ਮੁੰਡਾ ਤੇ ਹਾਜਣ, ਉਹ ਕਹਿੰਦਾ ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲਓ ਤੁਸੀਂ ਤਿੰਨੇ ਜਣੇ। ਹਾਂ। ਅੱਜ ਤੋਂ ਠੀਕ 6 ਦਿਨ ਬਾਅਦ ਆਪਣੀ ਅੰਮੀ ਦੀ ਸ਼ਾਦੀ ਮੈਂ ਤੁਹਾਡੇ ਤੋਂ ਉੱਚੇ ਖਾਨਦਾਨ ਚ ਉਹਨੇ ਐਲਾਨ ਕੀਤਾ ਕਿ ਅੱਜ ਤੋਂ ਠੀਕ 6 ਦਿਨ ਬਾਅਦ ਮੈਂ ਆਪਣੀ ਅੰਮੀ ਦੀ ਸ਼ਾਦੀ ਤੁਹਾਡੇ ਤੋਂ ਉੱਚੇ ਖਾਨਦਾਨ ਨਾਲ ਕੀਤੀ ਤੇ ਬਗੈਰ ਦੱਸਿਓ ਮੇਰਾ ਮੱਤ ਮਨਾਉਣ ਆ ਜਾਣਾ।
ਭਾਈ ਸਾਹਿਬ ਨੇ ਦੇਵਦਾਸ ਵੇਖੀ ਸੀ। ਅੱਛਾ ਅੱਛਾ ਉਹ ਹੁਣ ਉਹ ਹੁਣ ਕੀ ਇਹ ਕੱਢ ਵਿੱਚੋਂ ਉਹ ਹੁਣ ਪੌਣਾ ਘੰਟਾ ਹੋ ਗਿਆ ਜ਼ਲੀਲ ਕਰਤਾ ਮੈਨੂੰ ਖੋਤੇ ਜਿਹੜਾ ਹੋ ਗਿਆ ਤੈਨੂੰ ਇੰਨੀ ਕੁ ਗੱਲ ਸਮਝ ਨਹੀਂ ਆਉਂਦੀ ਬੱਚੇ ਨੂੰ ਸਮਝਾਓ ਉਹਨੂੰ ਸਮਝ ਆ ਜਾਂਦੀ ਹੈ ਉਹ ਹੁਣ ਸੁਣਾਉਣ ਚ ਹੋਰ ਹੁੰਦਾ ਪੜਨ ਚ ਹੋਰ ਮੈਂ ਨਹੀਂ ਅਸੀਂ ਕਹਾਣੀ ਸੁਣਨੀ ਹੈ ਮੈਂ ਐਕਸਟਰਾ ਲਫ਼ਜ਼ ਨਹੀਂ ਸੁਣਨੇ ਮੇਰੇ ਅੱਜ ਬਿਮਾਰੀ ਪਈ ਮੈਨੂੰ ਉਹ ਤਾਂ ਛੋਟੀ ਫੜਾ ਮੈਨੂੰ ਉਹ ਹੁਣ ਫੇਰ ਹਣਾ ਉਹ ਹਣਾ ਸਿੱਧੀ ਗੱਲ ਤੇ ਆ ਅੱਛਾ ਆਪਣੀ ਅੰਮੀ ਨੂੰ ਲੈ ਕੇ ਉਹ ਬਾਹਰ ਗਿਆ ਭਾਈ ਜੀ ਡਾਇਰੈਕਟ ਬੁਰਾ ਲੱਗਦਾ ਕਰ ਨਹੀਂ ਇਹਦੀ ਰਵਾਨਗੀ ਆਏਗੀ ਇਹਦੇ ਚੱਲ ਆਪਣੀ ਅੰਮੀ ਨੂੰ ਲੈ ਕੇ ਬਾਹਰ ਚਲਾ ਗਿਆ ਹਾਂ ਕੌਣ? ਉਹ ਮੁੰਡਾ ਉਹਦਾ ਓਕੇ ਠੀਕ ਹੈ ਨਾ ਯਾਰ ਨਾ ਪੁੱਛੋ ਤੁਸੀਂ ਫਿਰ ਉਹਨੂੰ ਦੁਬਾਰਾ ਵਰਗਲਾਓ ਨਾ ਉਹਨੂੰ ਅੱਛਾ ਉਸਤਾਦ ਜੀ ਇਹ ਚੌਲਾਂ ਵਿੱਚ ਮਾਰਦਾ ਇਹਨੇ ਜ਼ਰੂਰੀ ਸਮਝਣਾ ਹੁੰਦਾ ਤੂੰ ਮੇਰੇ ਨਾਲ ਗੱਲ ਕਰ ਸਭ ਤੋਂ ਸ਼ਰੀਫ ਹੈ ਸੀ ਇਹ ਵੀ ਚੌਲਾਂ ਮਾਰ ਚਲੋ ਚੁੱਪ ਬੈਠਾ ਵੇਖ ਲਓ ਫੈਸਲ ਭਾਈ ਉਹ ਗੁੱਸੇ ਚ ਲੈ ਕੇ ਬਾਹਰ ਜਾਣ ਡਿਆ ਠੀਕ ਹੈ ਅੱਜ ਹੀ ਉੱਤੇ ਸਾਡੇ ਨਾਲ ਖਲੋਤਾ ਠੀਕ ਹੈ ਉਹ ਇੰਜ ਕਰਨ ਡਿਆ ਸੀਗਾ ਹਾਂ ਟੂ ਦੀ ਪੁਆਇੰਟ ਗੱਲ ਕਰਨੀ ਹਾਂ ਚਲੇ ਗਏ ਉਹ ਘਰ ਹਾਂ ਇੱਕ ਦਿਨ ਲੰਘਿਆ 2 ਦਿਨ ਲੰਘੇ 3 ਦਿਨ ਲੰਘੇ ਤੇ ਮੈਨੂੰ ਕਾਰਡ ਆਇਆ ਉਹਨਾਂ ਦਾ ਵਿਦ ਫੈਮਿਲੀ ਯਾਰ ਸ਼ਾਦੀ ਤੇ ਆਣਾ ਖਾਲਾ ਦੀ ਅੱਛਾ ਉਹਦੇ ਮੁੰਡੇ ਨੇ ਭੇਜਿਆ ਸੀ ਨਾ ਕਾਰਡ ਮੈਨੂੰ ਸਾਡੇ ਮਹੱਲੇਦਾਰ ਓਕੇ ਹਾਈ ਸਾਹਿਬ ਵੱਲ ਮੈਂ ਗਿਆ ਹਾਈ ਸਾਹਿਬ ਨੂੰ ਮੈਂ ਕਿਹਾ ਮੈਨੂੰ ਕਹਿੰਦੇ ਇਹ ਸੂਟ ਸੀ ਮੇਰੇ ਪਹਿਲੇ ਤੂੰ ਆਈ ਸਾਹਿਬ ਨੂੰ ਪਹਿਲੇ ਤੂੰ ਕਿਹਾ ਫਿਰ ਆਈ ਸਾਹਿਬ ਤੈਨੂੰ ਕਹਿੰਦੇ ਬਸ ਕਰੋ ਉਸਤਾਦ ਜੀ ਮੈਨੂੰ ਤੇ ਇੰਜ ਲੱਗਣ ਡਿਆ ਮੈਂ ਹਿਟਲਰ ਨੂੰ ਸਟੋਰੀ ਸੁਣਾਉਣ ਡਿਆ ਵਾਂ ਆਪਣੀ ਇੰਜ ਕਰੀਦਾ ਹੁੰਦਾ ਇੰਜ ਹੁੰਦਾ ਹੀ ਨਹੀਂਗਾ ਹੁੰਦਾ ਵਾ ਚੱਲ ਨਹੀਂ ਹੁੰਦਾ ਨਹੀਂ ਤੂੰ ਇੱਕ ਗੱਲ ਕਰ ਜ਼ੁਬਾਨ ਦਾ ਬੰਦਾ ਇੱਕ ਹੁੰਦਾ ਮੈਂ ਹਾਈ ਸਾਹਿਬ ਦਾ ਪਤਾ ਕਰਨ ਗਿਆ ਤਬੀਅਤ ਖਰਾਬ ਓਕੇ ਦਿਲ ਟੁੱਟਿਆ ਸੀਗਾ ਓਕੇ ਹੱਥ 'ਚ ਮੇਰੇ ਨਾਲ ਛਾਪਰ ਸੀਗਾ ਵਿੱਚ ਸੂਟ ਸੀਗਾ ਹਾਈ ਸਾਹਿਬ ਮੈਨੂੰ ਕਹਿੰਦੇ ਇਹ ਛਾਪਰ 'ਚ ਕੀ ਹੈਗਾ ਮੈਂ ਕਿਹਾ ਸੂਟ ਹੈਗਾ ਮੈਂ ਵਿਆਹ ਤੇ ਪਾ ਕੇ ਜਾਣਾ ਸੀ ਵਿਆਹ ਤੇ ਨਹੀਂ ਸੀ ਜਾਣਾ ਵਿਆਹ ਤੋਂ ਨਵਾਂ ਸੂਟ ਬਣਦੇ ਨਾ ਉਹਦੇ ਮੁੰਡੇ ਦੇ ਵੀ ਦੋਸਤ ਮੇਰੇ ਯਾਰ ਸਨ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਉਹ ਹਾਲਾ ਜੀ ਸ਼ਾਦੀ ਉਹਨਾਂ ਦੇ ਜਾਣਾ ਹੈਗਾ ਮੈਂ ਕਿਹਾ ਹਾਈ ਸਾਹਿਬ ਤੁਸੀਂ ਜਾਓਗੇ ਕਹਿੰਦੇ ਯਾਰ ਸਾਨੂੰ ਉਹਨੇ ਕਾਰਡ ਹੀ ਨਹੀਂ ਪਾਇਆ ਮੈਂ ਕਿਹਾ ਠੀਕ ਹੋ ਗਿਆ ਖੈਰ ਜਾਣਾ ਸੀ ਮਹੱਲੇਦਾਰੀ ਸੀਗੀ ਕਾਰਡ ਉਹਨਾਂ ਨੂੰ ਵੀ ਆ ਗਿਆ ਮੈਂ ਉਹ ਮੁੰਡੇ ਨੂੰ ਉਹਦੇ ਨੂੰ ਕਿਹਾ ਮੈਂ ਕਿਹਾ ਜੀ ਸਾਹਿਬ ਦਾ ਬਣਦਾ ਵਾ ਤੇਰਾ ਉਹਨਾਂ ਨੂੰ ਵੱਡੇ ਹੈਗੇ ਮਹੱਲੇ ਦੇ ਉਹਨੇ ਕਾਰਡ ਭਾਈ ਉਹਨਾਂ ਦੋਵਾਂ ਦਾ ਵੀ ਭੇਜਤਾ ਸਿਮਰਨ ਦਾ ਤੇ ਆਈ ਸਾਹਿਬ ਦਾ ਹਾਈ ਸਾਹਿਬ ਦਾ ਸਿਮਰਨ ਦਾ ਕਾਰਡ ਆ ਗਿਆ ਅਸੀਂ ਖੈਰ ਵਿਆਹ ਤੇ ਗਏ ਵਿਆਹ ਵੀ ਹੋਇਆ ਬੜੇ ਧੂਮ-ਧਾਮ ਨਾਲ ਬੜਾ ਯਾਨੀ ਕਿ ਮਹਿੰਗੀ ਸ਼ਾਦੀ ਹੋਈ ਉਸ ਇਲਾਕੇ ਦੀ ਫਰੀ ਉਹ ਫਿਰ ਉਹ ਡੋਲੀ ਸੀਗੀ ਉਹਨੇ ਹਾਜੀ ਨੇ ਚੁੱਕੀ ਉਹ ਫਿਰ ਡੋਲੀ ਸੀ ਹਾਂ ਚੱਲ ਡੋਲੀ ਸੀ ਹਾਜੀ ਨੇ ਚੁੱਕੀ ਹਾਂ ਸਭ ਤੋਂ ਅੱਗੇ ਹਾਜੀ ਹਾਂ ਪਿੱਛੇ ਉਹਦੇ ਮੈਂ ਸੀ ਓਕੇ ਬਾਕੀ ਮੁੰਡੇ ਉਹਨਾਂ ਦੇ ਸੀਗੇ 2-3 ਉਹਨਾਂ ਦੇ ਸੀ ਬਾਕੀ 2 ਅਸੀਂ ਸੀਗੇ ਅੱਛਾ ਉਹਦੀ ਖਾਲਾ ਦੀ ਡੋਲੀ ਚੁੱਕੀ ਡੋਲੀ ਚੁੱਕੀ ਗਈ ਤੇ ਅੱਛਾ ਡੋਲੀ ਇੱਕ ਸਾਈਡ ਤੋਂ ਹਾਜੀ ਨੇ ਚੁੱਕੀ ਇੱਕ ਸਾਈਡ ਤੋਂ ਤੂੰ ਮੈਂ ਥੋੜਾ ਜਿਹਾ ਰੁਰਿਆ ਡੋਲੀ ਨੂੰ ਕੰधा ਦਿੱਤਾ ਸਾਰਿਆਂ ਨੇ ਅੱਗੋਂ ਮੁੰਡੇ ਨੂੰ ਫੜਾਤੀ ਹਾਈ ਸਾਹਿਬ ਚੀਕਾਂ ਮਾਰੀਆਂ ਕਿ ਨਹੀਂ ਕੀ ਗੱਲ ਡੋਲੀ ਚੜਦੇ ਡੋਲੀ ਚੜਦਿਆਂ ਮਾਰੀਆਂ ਖਾਲਾ ਚੀਕਾਂ ਨਹੀਂ ਚੀਕਾਂ ਨਹੀਂ ਮਾਰੀਆਂ ਅਸੀਂ ਖੈਰ ਮੈਂ ਥੋੜਾ ਜਿਹਾ ਅਸੀਂ ਰੁਖਸਤ ਕੀਤਾ ਅਸੀਂ ਵਾਪਸ ਹਾਈ ਸਾਹਿਬ ਵੀ ਮੇਰੇ ਨਾਲ ਮੇਰਾ ਯਕਦਮ ਧਿਆਨ ਪਿਆ ਤੇ ਡੋਲੀ ਜੋ ਲਾਈਟਾਂ ਨਿਕਲਣ ਡਈਆਂ ਹੈ ਡੋਲੀ ਉਹ ਅੰਮਾ ਨੇ ਭਾਈ ਚਿਰਾਗ ਜੇ ਨਿੱਕੇ ਇੰਜ ਕਰਕੇ ਅੱਜ ਨੂੰ ਦਿਖਾਵੇ ਪਈ ਉਹ ਚਿਰਾਗ ਨਾ ਹਾਜੀ ਨੂੰ ਦਿਖਾਵੇ ਹਾਜੀ ਨੇ ਜਰਾ ਬੈਕਗ੍ਰਾਉਂਡ ਮਿਊਜ਼ਿਕ ਨਾਲ ਅੱਛਾ ਨਹੀਂ ਠਹਿਰ ਅੱਛਾ ਹਾਜੀ ਨੇ ਚਿਰਾਗ ਵੇਖਿਆ ਨਾ ਜਦੋਂ ਹਾਜੀ ਨੂੰ ਨਾ ਕੋਈ ਉਮੀਦ ਨਜ਼ਰ ਆਈ ਕਿ ਯਾਰ ਮੇਰੇ ਨਾਲ ਪਿਆਰ ਕਰਦੇ ਹਾਜੀ ਨੇ ਮੇਰੇ ਕੰਨ 'ਚ ਕਿਹਾ ਕਹਿੰਦਾ ਫੈਸਲ ਇਹਨੇ ਵਸਣਾ ਨਹੀਂ ਕੰਦਾ ਦੇ ਕੇ ਵੇਖ ਮੁਨਾਫਤ ਅੱਛਾ ਹਾਜੀ ਨੇ ਮੈਨੂੰ ਕਹਿ ਦਿੱਤਾ ਕਹਿੰਦਾ ਫੈਸਲੇ ਨੇ ਵਸਣਾ ਨਹੀਂ ਜੋ ਮਰਜ਼ੀ ਕਰ ਲੈ ਉਧਰੋਂ ਹਾਜੀ ਘਰ ਆਇਆ ਉਹਨੇ ਭਾਈ ਆਪਣੇ ਸਾਰੇ 2 ਪੀਸ ਸਾੜ ਤੇ ਪੈਂਟਾਂ ਸਾੜਤੀਆਂ ਹਾਂਜੀ ਆਹ ਸਿਰਫ ਇੱਕ ਚਿੱਟਾ ਕੁੜਤਾ ਤੇ ਨਾਲ ਇੱਕ ਧੋਤੀ ਜੀ ਰੱਖ ਲਈ ਉਹਨੇ ਕਹਿੰਦਾ ਬਸ ਅੱਜ ਤੋਂ ਬਾਅਦ ਇਹੀ ਮੈਂ ਵੀ ਘਰ ਆ ਗਿਆ ਮੈਂ ਕਿਹਾ ਭਾਈ ਅਗਲੇ ਦੀਆਂ ਸ਼ਾਇਦ ਜੋ ਮਰਜ਼ੀ ਕਰੇ ਮੈਨੂੰ ਰਾਤ ਦੇ ਨਾ 12 ਵਜੇ ਹਾਈ ਸਾਹਿਬ ਦਾ ਫੋਨ ਆਇਆ ਕਿੱਥੇ ਫੈਸਲ ਮੈਂ ਕਿਹਾ ਇਸ ਮੈਂ ਸੁੱਤਾ ਵਾਂ ਕਹਿੰਦਾ ਯਾਰ ਲੱਗੀ ਵਾਲਿਆਂ ਨੂੰ ਨੀਂਦ ਨਹੀਂ ਆਉਂਦੀ ਤੇਰੀ ਕਿਵੇਂ ਅੱਖ ਲੱਗ ਗਈ ਮੈਂ ਨਾ ਚੌਂਕ ਕੇ ਉੱਠਿਆ ਅੱਜ ਕਹਿੰਦਾ ਯਾਰ ਮੇਰੇ ਅੱਲਾ ਮੈਂ ਇਸ ਵੱਲ ਗਿਆ ਤੂੰ ਹਾਜੀ ਦਾ ਕਿਰਾਏਦਾਰ ਸੀ ਸਾਰਿਆਂ ਮਿੰਟ ਬਾਅਦ ਹਾਜੀ ਦੇ ਘਰ ਤੋਂ ਇਦਾਂ ਆ ਜਾਣਾ ਨਹੀਂ ਇੱਕੋ ਮਹੱਲੇ ਸੀ ਹਾਜੀ ਦਾ ਦਰਦ ਦੇ ਨਾਲ ਮੈਨੂੰ ਲੱਗਦਾ ਇੱਕੋ ਗਲੀ 'ਚ ਸੀ ਬਲਕਿ ਇੱਕੋ ਘਰ 'ਚ ਹੀ ਰਹਿੰਦੇ ਤੁਸੀਂ
ਤੂੰ ਉਹਨਾਂ ਦੀ ਬੈਠਕ ਹੀ ਕਿਰਾਏ ਤੇ ਲਈ ਲੱਗਦਾ ਹਾਜੀ ਦੀ। ਹਾਜੀ ਕਹਿੰਦਾ ਆ ਤੇ ਤੂੰ ਬੂਹਾ ਖੋਲ ਕੇ ਹਾਜੀ ਵਿਹੜੇ ਚੱਲ ਜਾਣਾ। ਨਹੀਂ ਕੰਮ ਕਰ ਕੋਈ ਨਹੀਂ ਭਾਈ, ਤੇਰਾ ਕੰਮ ਹਾਜੀ ਨੂੰ ਮਿਲਣਾ ਸੀ। ਅੱਛਾ ਫੇਰ ਮੈਨੂੰ ਕਹਿੰਦਾ ਘਰ ਆ ਜਰਾ। ਮੈਂ ਘਰ ਗਿਆ, ਮੈਂ ਕਿਹਾ ਇਸਾ ਹੁਕਮ ਖੈਰ। ਉਹਨੇ ਚੈੱਕ ਦਿੱਤਾ ਮੈਨੂੰ, ਕਹਿੰਦਾ ਇਹਦਾ ਚੈੱਕ ਲੈ। ਚੈੱਕ ਵਾਲੀ ਗੱਲ ਤੇ ਕੋਈ ਨਹੀਂ। ਉਹ ਯਾਰ ਇੱਥੇ ਹੀ ਹੈ ਯਾਰ, ਤੈਨੂੰ ਪਤਾ ਗਾ ਮੈਨੂੰ ਪਤਾ। ਅੱਛਾ ਮੈਂ ਕਿਹਾ ਇਹ ਕਾਹਦਾ? ਉਹਨੇ ਕਿਹਾ ਸਿਮਰਨ ਦੀ ਜ਼ਿੰਦਗੀ ਚੋਂ ਨਿਕਲ ਜਾ। ਨਹੀਂ ਨਹੀਂ ਇਹ ਨਹੀਂ ਕਿਹਾ, ਕਹਿੰਦਾ ਇਹ ਉਹ ਨਹੀਂ ਹੈਗਾ ਚੈੱਕ, ਕਿਹੜਾ? ਇਹ ਹੋਰ ਸੀਗਾ ਕੋਈ। ਸਿਮਰਨ ਵਾਲਾ ਨਹੀਂ ਸੀ? ਨਹੀਂ ਸਿਮਰਨ ਵਾਲਾ ਨਹੀਂ ਸੀ ਇਹਦਾ। ਅੱਛਾ ਉਹਨੇ ਕਿਹਾ ਕਹਿੰਦਾ ਲੱਖ ਰੁਪਈਆ ਹੀ। ਉਹਨੇ ਮੈਨੂੰ ਕਿਹਾ 30 ਦੀ ਨਿੰਮਕੋ ਲਿਆ। 30 ਦੀ 30 ਰੁਪਏ ਦੀ? 30 ਰੁਪਏ ਦੀ ਕਹਿੰਦਾ ਨਿੰਮਕੋ ਲਿਆ, ਬਾਕੀ ਸਾਰਿਆਂ ਪੈਸਿਆਂ ਦੀ ਸ਼ਰਾਬ ਲੈ। 1970 ਰੁਪਏ ਦੀ ਸ਼ਰਾਬ ਤੁਹਾਨੂੰ ਲੱਗੀ ਹੋਵੇ ਨਾ। ਲੱਖ ਰੁਪਏ ਦੇ ਵਿੱਚ ਉਹਨੇ ਕਿਹਾ 30 ਰੁਪਏ ਦੀ ਨਿੰਮਕੋ ਲੈ ਆ, ਬਾਕੀ ਸਾਰਿਆਂ ਦੀ ਸ਼ਰਾਬ। ਆਹੋ ਸਿੱਧਾ ਉਹ ਡਿਸਗਸਟਿੰਗ ਯਾਰ, ਵਾਟ ਅ ਗ੍ਰੇਟ ਸਟੋਰੀ ਯਾਰ। ਇਹ ਸਟੋਰੀ ਨਹੀਂ ਫਰੀਦ, ਹਕੀਕਤ ਹੈ। ਹਕੀਕਤ ਵਾ ਯਾਰ ਗੱਲ। ਆਹੋ ਅੱਛਾ ਜੀ ਸਤਾਈ ਸ਼ਰਾਬ ਪੀਣ ਲੱਗ ਪਿਆ ਭਾਈ, ਜਦੋਂ ਦੇਖੋ ਟੁੰਨ ਰਹਿਣਾ ਉਹਨੇ। ਮੈਨੂੰ ਲੱਗਦਾ ਵਿਹੜਾ ਧੋਣ ਲੱਗ ਪਿਆ ਜਿੰਨੀ ਉਹਨੇ ਮੰਗਾ ਲਈ। ਅੱਛਾ ਉਹਨੇ ਸ਼ਰਾਬ ਪੀ ਕੇ ਲੜਨਾ, ਗਾਲਾਂ ਕੱਢਣੀਆਂ ਰਸਤੇ ਜਾਣ ਵਾਲਿਆਂ ਨੂੰ। ਤੇ ਉਧਰੋਂ ਖਾਲਾ ਵਿਆਹੀ ਗਈ ਸੀ? ਖਾਲਾ ਵਿਆਹੀ ਗਈ। ਓਏ ਬਸ ਗਈ ਕਿ ਨਹੀਂ? ਹੈ ਬਸ ਗਈ ਨਹੀਂ, ਉਹ ਠਾਕਰ ਸਾਹਿਬ ਸਨ, ਉਹਨਾਂ ਦੀ ਮੈਂ ਬਾਅਦ ਚੋਂ ਯਾਨੀ ਕਿ ਸੁਣਾਵਾਂਗਾ। ਅੱਛਾ ਉਧਰ ਗਿਆ, ਠਾਕੁਰਾਲ ਹੋਇਆ ਉਹਨਾਂ ਦਾ। ਆਹੋ। ਫਿਰ ਮੈਨੂੰ ਯਾਦ ਹੈ, ਅੱਜ ਵੀ ਮੈਨੂੰ ਯਾਦ ਹੈ, 13 ਦਸੰਬਰ 1900 ਤੇ ਰਾਤ 12 ਵਜੇ, ਮੈਂ ਡੇਟ ਵੀ ਲਿਖੀ ਹੋਈ ਹੈ। ਮੈਨੂੰ ਹਾਈ ਸਾਹਿਬ ਦਾ ਫੇਰ ਫੋਨ ਆਇਆ, ਕਿਸੇ ਕਹਿੰਦੇ ਕਿੱਥੇ? ਮੈਂ ਕਿਹਾ ਘਰ। ਕਹਿੰਦੇ ਉਰੇ ਯਾਦ ਰਿਹਾ। ਤੇਰਾ ਨੰਬਰ ਫੇਵਰਟ ਕੀਤਾ ਹੋਇਆ ਸੀ ਉਹਨਾਂ ਨੇ। ਇਹ ਹਾਈ ਸਾਹਿਬ ਦੇ ਪਿੱਛੇ ਹੀ ਬੈਠਾ ਹੁੰਦਾ ਸੀ। ਉਹ ਫੋਨ ਕਰਕੇ ਤੇ ਅੱਗੇ ਆਏ, ਪਿੱਛੋਂ ਅੱਗੇ ਆ ਜਾਂਦਾ ਸੀ ਬਸ। ਮੈਂ ਚਲਾ ਗਿਆ, ਮੈਂ ਕਿਹਾ ਹਾਂਜੀ ਹਾਈ ਸਾਹਿਬ। ਕਹਿੰਦੇ ਤੇਰੇ ਨਾਲ ਇੱਕ ਜ਼ਰੂਰੀ ਕੰਮ ਆ ਫੈਸਲ। ਮੈਂ ਕਿਹਾ ਹਾਂਜੀ ਹਾਈ ਸਾਹਿਬ ਹੁਕਮ ਕਰੋ। ਕਹਿੰਦਾ ਅਸੀਂ ਉਹ ਖਾਲਾ ਦੇ ਘਰ ਜਾਣਾ। ਠਾਕੁਰਾਂ ਦੇ ਘਰ ਜਾਣਾ। ਮੈਂ ਕਿਹਾ ਹਾਈ ਸਾਹਿਬ ਉਹ ਖੁਦਾ ਦਾ ਖੌਫ ਕਰੋ, ਉਹ ਠਾਕਰ ਲੋਕ ਨੇ, ਉਹਨਾਂ ਨੇ ਤੁਹਾਨੂੰ ਮਾਰ ਦੇਣਾ। ਰਾਜੇ ਮਹਾਰਾਜੇ ਨੇ ਉਹ। ਆਹੋ ਉਹਨਾਂ ਨੇ, ਮੈਂ ਕਿਹਾ ਮਾਰ ਦੇਣਾ। ਕਹਿੰਦਾ ਪਿਆਰ ਕਰਨੇ ਵਾਲੇ ਕभी ਡਰਤੇ ਨਹੀਂ, ਜੋ ਡਰਤੇ हैं वो प्यार करते नहीं। ਏਡੀ ਤੇਜ਼ ਕਿਹਾ ਜੀ ਨੇ? ਫੰਬਲ ਵੀ ਹੋਇਆ ਸੀ ਅੱਜ ਵਿੱਚ? ਇਹ ਫੰਬਲ ਨਹੀਂ ਹੋਇਆ ਉਸਤਾਦ ਜੀ, ਉਹਨੇ ਕਿਹਾ ਹੀ ਹੈ ਜੀ। ਅੱਛਾ ਪਿਆਰ ਕਰਨੇ ਵਾਲੇ ਕभी डरते नहीं, जो डरते हैं वो प्यार करते नहीं। ਫਿਰ ਉਹਨੇ ਰਿਕਾਰਡ ਕਰਕੇ ਨੂੰ ਸੈਂਡ ਕਰਤਾ, ਸੁਣਦਾ ਰਹਿੰਦਾ ਹੁੰਦਾ ਸੀ। ਅੱਛਾ ਫੇਰ ਅੱਗੇ ਤਰ। ਉਸਤਾਦ ਜੀ ਵਿੱਚ ਬੋਲਿਆ। ਅੱਛਾ ਚੱਲ ਅੱਗੇ ਚਲਾ ਗਿਆ, ਫਿਰ ਲੈ ਗਿਆ ਜੀ ਨੂੰ। ਮੈਂ ਹੁਣ ਸੋਹਰਾ ਸੀ, ਮੈਂ ਮੰਨਣੀ ਵੀ ਸੀਗੀ ਉਹਦੀ। ਹੁਣ ਅੱਛਾ ਤੇਰਾ ਹਾਲੇ ਨਾ ਉਧਰ ਮੰਗਣੀ ਹੋਈ, ਨਾ ਵਿਆਹ ਹੋਇਆ, ਨਾ ਹਾਜੀ ਨੂੰ ਕੋ ਪਤਾ, ਨਾ ਸਿਮਰਨ ਨੂੰ ਪਤਾ, ਤੂੰ ਪਹਿਲੇ ਹੀ ਸਹੁਰਾ ਬਣੀ ਫਿਰਦਾ ਨੂੰ। ਦਿਲ 'ਚ ਤੇ ਆਇਆ ਸੀ ਨਾ। ਅੱਛਾ ਫੇਰ ਤੂੰ ਲੈ ਗਿਆ ਉਧਰ? ਮੈਂ ਮੋਟਰਸਾਈਕਲ ਨੂੰ ਇੱਕ ਵਾਰੀ ਮੈਂ ਗਿਆ ਆਇਓ ਜੀ, ਮੈਂ ਉਹਨਾਂ ਦੀ ਹਵੇਲੀ ਲੈ ਗਿਆ ਭਾਈ। ਠਾਕੁਰਾਂ ਦੇ? ਆਹੋ ਠਾਕਰਾਂ ਦੀ ਹਵੇਲੀ ਜੀ ਮੈਂ ਲੈ ਗਿਆ। ਮੈਂ ਮੋਟਰਸਾਈਕਲ ਭਾਈ ਉਰੇ ਹੀ ਲਾਈਏ। ਮੈਂ ਕਿਹਾ ਭਾਈ ਸਾਹਿਬ ਮੇਰਾ ਤੁਹਾਡਾ ਸਾਥ ਇੱਥੇ ਤੱਕ ਸੀਗਾ, ਅੱਗੋਂ ਤੁਸੀਂ ਆਪ ਹੀ ਜਾ। ਅੱਗੋਂ ਹੁਣ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ। ਓਏ ਉਹ ਸਾਹਮਣੇ ਹਵੇਲੀ ਉਹਨਾਂ ਦੀ। ਓਕੇ। ਹਾਂਜੀ ਨੇ ਮੈਨੂੰ ਕਿਹਾ ਆਪਣਾ ਵਾਇਰ ਲਾਗ ਦੇ ਦੇ। ਕਿਹਦੇ ਤੇ? ਵਾਇਰ ਲਾਗ ਨਹੀਂ ਮੋਟਰਸਾਈਕਲ ਮੋਟਰਸਾਈਕਲ। ਆਹ ਮੈਂ ਕਿਹਾ ਮੈਂ ਦੇਤਾ। ਮੈਂ ਕਿਹਾ ਫੇਰ ਉਹਨੇ ਕੰਧ ਟੱਪੀ ਹੈ ਭਾਈ ਉਹਨਾਂ ਦੀ ਹਵੇਲੀ ਦੀ ਪਰਲੀ ਸਾਈਡ ਤੇ। ਹਾਜੀ ਨੇ? ਆਹੋ ਇਹ ਹਾਜੀ ਕੋ ਕਿਹੜਾ ਕੰਮ ਕਰਦਾ? ਅੱਛਾ ਹਾਜੀ ਨੇ ਕੰਧ ਟੱਪੀ ਭਾਈ ਸਿੱਧਾ। ਉਧਰੋਂ ਖਾਲਾ ਨੇ ਟੈਰਸ ਚੋਂ ਉਹਨੂੰ ਵੇਖ ਲਿਆ। ਓਏ ਭਾਈ ਸਾਹਿਬ ਉਹ ਭਾਈ ਉਤੋਂ ਨੱਸੀ ਆਈ ਏ ਥੱਲੇ, ਹਾਜੀ ਨੂੰ ਫੜ ਕੇ ਲੈ ਗਈ ਅੰਦਰ ਸਾਈਡ ਤੇ। हाजी ने कहते तुम यहाँ क्या करने आए? हाजी कहता तुम्हें देखने के लिए आया हूँ। ਅੱਛਾ हाजी ने साइड से ਉਹਨੂੰ ਲੈ ਗਈ, ਛਾਪਰ ਨੂੰ ਫੜਾਇਆ। ਉਹਨੇ ਜਿਹੜੇ ਗਿਫਟ ਗੁਫਟ ਨਹੀਂ ਸੀ ਦਿੱਤੇ ਵਿੱਚ, ਉਹਦੇ ਸੀ ਪੋਨੀਆਂ ਸੀਗੀਆਂ, ਚੂੜੀਆਂ ਸੀ, ਨਾਲੇ ਪਰਾਂਦੇ ਸੀਗੇ। ਉਹ ਨਾ ਉਹਨੇ ਕਿਹਾ ਆ ਲੈ अपना वापस, और आज से तुम्हारी और हमारी बराबरी होगी हाजी। है ना कहना, अगर तुम हाजी हाजी कहलाओगे मैं भी हाजी ने कह के उतराऊंगी। सही है। अगर लोग तुम्हें हाजी कहेंगे मैं भी हाजिन सुन के इतराऊंगी। ठीक है। ਉਹ ਭਾਈ ਉਹਨਾਂ ਦਾ ਬੜਾ ਨਾਮ ਸੀਗਾ ਉਹ। अच्छा ਉਧਰੋਂ ਹਾਜੀ ਨਾ ਗੁੱਸੇ 'ਚ ਗਈ, ਯਾਰ ਕਿੱਦਾਂ ਬੋਲਣਾ ਹੀ ਭੁੱਲ ਗਈ ਹੈ। कि हाँ अच्छा फिर ਉਹਦੀਆਂ ਅੱਖਾਂ ਲਾਲ ਗੁੱਸੇ ਨਾਲ ਤੇ ਅੰਜ ਉਹਨੇ ਵੇਖਿਆ ਹਾਲ ਤੇ ਕਹਿੰਦਾ ਇਤਨਾ ਗਰੂਰ तो चांद को भी नहीं। ਉਧਰੋਂ ਨਾ ਹਾਜੀ ਨੇ सही गल क्या बात है ਹਾਜੀ उधरों खाला कहती होगा भी कैसे, उसमें दाग जो है। उधरों हाजी पीती हुई उन्हें पता नहीं
ਹਾਜੀ ਨੇ ਗੁੱਸੇ ਨਾਲ ਵੇਖਿਆ ਉਹਨੂੰ, ਉਹਦੇ ਹੱਥ 'ਚ ਫਾਇਰ ਲਾਗ ਸੀ, ਉਹਨੇ ਘੁਮਾ ਕੇ ਮਾਰਿਆ ਖਾਲਾ ਦੇ ਡੇਲਾ ਚ ਹੋ ਗਿਆ ਸਾਰਾ। ਯਕੀਨ ਕਰ। ਹਾਲਾ ਖਾਲਾ ਦਿਲ ਕੋ ਜੇ ਕੱਟ ਲਾਉਣਾ ਬਣਦਾ ਸੀ। ਕਾਲਾ ਦਾ ਡੇਲਾ ਹੀ ਚੋ ਗਿਆ। ਅੱਛਾ ਫਿਰ ਅੱਖ ਚ ਆਹੋ। खाला ने फिर कहा ये तुमने क्या किया हाजी, हाथ रखे हुआ। हाजी ने कहा उस चांद की तरह तुम्हारे चेहरे पे भी मैंने वायर लाग मार दिया। ओ भाजी तेरा बेड़ा तर दे। नहीं उधरों उधरों ठाकर आ गया उस्ताद जी, खाला का बंदा आ गया। अच्छा हाजी उतो भाई नसिया, अच्छा नसिया कंध टप्पी, आहो कंध टप्पी नसिया, नहीं गेट खोल के नसिया, आया कंध टप गई सी, गया वो गेट खोल के। अच्छा हक्का बक्का जी नसिया तो मेरे को आया पूरी तो मैंने कहता नसा गड्डी, मैं किका मारा गड्डी मुक्की किन्ना बजे जान तो बनी हुई, खैर गड्डी बड़ी मुश्किल स्टार्ट हो गई। मैं नहीं अन्ना बन्ना वेख्या, मैं नसाती भाई। भाई साहब ਨੂੰ ਘਰ लाया, मैं भाई साहब कोई चन्न तो नहीं चढ़ा के आ गए, की गल है? वो कहता नहीं यार कुछ भी नहीं, तुम्हें कुछ नहीं होगा। मैं भाई साहब ਨੂੰ लाया, मैं वापस भाई अपने घर। अजे मैं गड्डी ला नहीं डिया सी ते आई साहब का फिर मैनू फोन आ गया। क्यों की क्या? मैनू कहते एक मिनट आ जरा घर। यार तू हाजी ਦੇ ਨਾਲ ਹੀ ਰਹਿਣਾ। ਹਾਂ पता की गल उस्ताद जी, ਤੂੰ ਉਹ ਕਹਿ ਯਾਰ ਮੈਨੂੰ ਇੱਥੇ ਕਿਤੇ ਉਹ ਵਿਛਾ ਦੇ ਗੱਦਾ ਟੈਪ, ਮੈਂ ਉੱਥੇ ਰਹਿ ਲੈਣਾ। ਤੁਹਾਨੂੰ ਪਤਾ ਸਾਈ ਮੈਂ ਛੱਡ ਕੇ ਜਾਣ ਵਾਲਿਆਂ ਚੋਂ ਨਹੀਂ ਹੈ, ਮੈਂ ਨਾਲ ਖਲੋਣ ਵਾਲਿਆਂ ਚੋਂ ਆ। ਅੱਛਾ ਫਿਰ ਤੂੰ ਦੁਬਾਰਾ ਫਿਰ ਹਾਜੀ ਦੇ ਘਰ? ਮੈਂ ਦੁਬਾਰਾ ਗਿਆ ਉਸਤਾਦ ਜੀ, ਉਹਨੇ ਮੈਨੂੰ ਫੇਰ ਚੈੱਕ ਕੱਢ ਕੇ ਦਿੱਤਾ। ਕਿਉਂ? ਕਹਿੰਦਾ ਚੈੱਕ। ਮੈਂ ਕਿਹਾ ਇਸ ਤਰ੍ਹਾਂ ਤੁਹਾਨੂੰ ਮੈਂ ਮਨਾ ਵੀ ਕੀਤਾ ਚੈੱਕ, ਕਹਿੰਦੇ ਉਹ ਨਹੀਂ ਹੈਗਾ। ਉਹਨੇ ਮੈਨੂੰ ਚੈੱਕ ਦਿੱਤਾ, ਸਿਮਰਨ ਨੂੰ ਛੱਡਣ ਵਾਲਾ ਨਹੀਂਗਾ। ਆਹੋ ਫਿਰ ਉਹਨੇ ਮੈਨੂੰ ਚੈੱਕ ਦਿੱਤਾ, ਮੈਨੂੰ ਕਹਿੰਦਾ ਆ USB ਭਰਾ ਕੇ ਲਿਆ ਕੀ ਖਬਰਾਂ। ਖਬਰਾਂ ਕਿਹੜੀਆਂ? ਕਹਿੰਦਾ 9 ਵਜੇ ਦਾ ਜਿਹੜੀਆਂ ਹੈਡਲਾਈਨਾਂ ਨਹੀਂ ਉਹ ਭਰਾ ਕੇ ਲਿਆ, ਮਹੀਨੇ ਡੇਢ ਮਹੀਨੇ ਦੀਆਂ ਪੂਰੀਆਂ। ਉਹ ਯਾਰ ਉਹਨੂੰ ਦੁੱਖ ਬੜਾ ਸੀਗਾ। ਉਧਰੋਂ ਉਸਤਾਦ ਜੀ ਉਹਨੇ ਨਾ, ਮੈਂ ਇੱਕ ਦਿਨ ਗਿਆ ਉਧਰੋਂ ਸ਼ਰਾਬ ਪੀਣ ਡਿਆ, ਉਧਰੋਂ ਖਬਰਾਂ ਸੁਣਨ ਡਿਆ, ਉਧਰ ਲੋਕੀ शराब पीते ना लिखा ਯਾਰ ਇਹ ਕੀ ਕੰਬੀਨੇਸ਼ਨ ਹੈ ਯਾਰ? शराब पी के बुजरे सुन खबर सुन। ਕਹਿੰਦਾ USB ਚ ਪੂਰੇ ਮਹੀਨੇ ਦੀਆਂ ਹੈਡਲਾਈਨਾਂ ਭਰਾ ਕੇ ਤੇ ਸ਼ਰਾਬ ਪੀ ਕੇ ਨਾਲ ਨਿੰਮਕੋ ਖਾ ਰਿਹਾ, ਉਹਦੇ ਬਸ਼ੂਕ ਦੇ ਦੁੱਖ ਚ ਤੇ ਨਾਲ ਖਬਰਾਂ ਸੁਣ ਰਿਹਾ, ਤੇ ਖਬਰਾਂ ਵੀ ਮਹੀਨਾ ਪੁਰਾਣੀਆਂ ਸੁਣ ਰਿਹਾ। ਓ ਯਾਰ ਇਹ ਕਿਹੜਾ ਹਾਜੀ ਹੈ ਯਾਰ? ਯਕੀਨ ਕਰੋ ਉਸਤਾਦ ਜੀ। ਫਿਰ ਅਗਲੇ ਦਿਨ ਮੈਂ ਗਿਆ ਹਾਂ ਉਸਤਾਦ ਜੀ, ਅਗਲੇ ਦਿਨ ਫਿਰ ਮੈਨੂੰ ਨੇ ਕਾਲ ਕੀਤੀ, ਮੈਨੂੰ USB ਦਿੱਤੀ, ਮੈਨੂੰ ਕਹਿੰਦਾ ਟੋਮ ਐਂਡ ਜੈਰੀ ਭਰਾ ਕੇ ਲਿਆ। ਉਹਦਾ ਜੀ ਐਂਜ਼ਾਇਟੀ ਹੋ ਗਈ ਸੀ ਉਸਤਾਦ ਜੀ, ਉਹਨੂੰ ਐਂਜ਼ਾਇਟੀ ਹੋ ਗਈ ਸੀ। ਹਾਂ ਯਾਰ ਵੱਡਾ ਗ੍ਰੇਸਫੁਲ, ਉਹਨੂੰ ਐਂਜ਼ਾਇਟੀ ਹੋ ਗਈ ਸੀ ਕਿ ਉਹ ਫਿਰ ਮੈਨੂੰ ਕਹਿੰਦਾ, ਮੈਂ ਕਿਹਾ ਟੋਮ ਐਂਡ ਜੈਰੀ ਇਹਦੇ ਬੱਚੇ ਵਾਲੇ ਕਾਰਟੂਨ, ਕਹਿੰਦਾ ਤੈਨੂੰ ਮੈਂ ਕਿਹਾ ਭਰਾ ਕੇ ਲਿਆ। ਹੁਣ ਟੋਮ ਐਂਡ ਜੈਰੀ ਕਾਰਟੂਨ ਬਣਾ ਕੇ ਦਿੱਤੇ। ਉਧਰੋਂ ਭਾਈ ਉਹਨੇ ਸ਼ਰਾਬ ਪੀਣੀ ਨਾਲੇ ਕਾਰਟੂਨ ਵੇਖਣੇ। ਸਾਜੀ ਖੈਰ ਮੈਂ ਉਹ USB ਜਿਹੜੀ ਭਰਾ ਕੇ ਦਿੱਤੀ, ਮੈਂ ਕਿਹਾ ਚਲੋ ਮੈਂ ਆ ਗਿਆ ਘਰ। ਫਿਰ ਮੈਂ ਘਰ ਅਜੇ ਆ ਕੇ ਖਾਣਾ ਛਾਣਾ ਖਾਧਾ, ਮੈਨੂੰ ਫੇਰ ਕਾਲ ਆ ਗਈ ਆਈ ਸਾਹਿਬ ਦੀ। ਕਿਤੇ ਮੈਂ ਕਿਹਾ ਸਾਹਿਬ ਮੈਂ ਘਰ ਆਇਆ ਵਾਂ, ਖਾਣਾ ਛਾਣਾ ਖਾਧਾ, ਖਾਣਾ ਖਾ ਲਿਆ। ਮੈਂ ਕਿਹਾ ਕੀ ਪਕਾਇਆ? ਮੈਨੂੰ ਦੱਸਿਆ, ਕਹਿੰਦਾ ਫੌਰਨ ਮੇਰੇ ਕੋਲ ਆ। ਮੈਂ ਫੇਰ ਆਈ ਸਾਹਿਬ ਵੱਲ ਗਿਆ, ਮੈਂ ਕਿਹਾ ਹਾਂਜੀ। ਮੈਂ ਵੇਖਿਆ ਸ਼ਰਾਬ ਪੀਣ ਡਿਆ, ਨਾਲੇ ਟੋਮ ਐਂਡ ਜੈਰੀ ਵੇਖਣ ਡਿਆ। ਮੈਨੂੰ ਕਹਿੰਦਾ ਉਹ 'ਚ ਗਾਣਾ ਹੀ ਕੋਈ ਨਹੀਂ ਆਉਣੇ, ਮੈਂ 1.5 ਘੰਟਾ। ਮੈਂ ਕਿਹਾ ਯਾਰ ਫਰੀਦ ਮੈਂ ਇੰਨਾ ਪਰੇਸ਼ਾਨ। ਮੈਂ ਕਿਹਾ ਭਾਈ ਸਾਹਿਬ ਕਾਰਟੂਨਾਂ 'ਚ ਭਲਾ ਗਾਣਾ ਹੁੰਦਾ ਵਾ? ਹਾਂਜੀ ਤੇਰਾ ਚੇਜ਼ਾ ਕਰਨ ਦਿਆ ਮੈਨੂੰ ਪੱਕੀ ਗੱਲ। ਯਾਰ ਬਸ ਕਰ ਫੈਸਲ, ਖੁਦਾ ਦਾ ਨਾ, ਬਸ ਬਾਕੀ ਬਾਅਦ ਚ ਸੁਣ ਲਾਂਗੇ। ਬਸ ਕਰ, ਇਹ ਤੇਰੀ ਮੁੱਕਣੀ ਨਹੀਂ। ਬਸ ਕਰ ਦੇ ਯਾਰ, ਨਾ ਬਸ ਹਾਜੀ ਦੀ ਸ਼ਰਾਬ ਮੁੱਕਣੀ ਨਾ ਤੇਰੀ ਸਟੋਰੀ। ਬਸ 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 ਲੋ ਜੀ ਨਾਜ਼ਰੀਨ, ਬਸ ਬਹੁਤ ਹੋ ਗਿਆ ਯਾਰ। ਮੇਰੀ ਗੱਲ ਸੁਣੋ, सिमरन स्टोरी सुन लो तुसी सिमरन दी। ले कैसी गल आ? वो कह रही है आज से तुम्हारी हमारी बराबरी होगी हाजी। उस चांद की तरह तुम्हारे चेहरे पे भी वायर लग मार दी। ਅੱਗੇ ਬਾਅਦ ਚ ਸੁਣਾਂਗੇ, ਅੱਗੇ ਬਾਅਦ ਸੁਣਾਂਗੇ ਕਿ ਇੱਥੇ ਤੱਕ ਵੀ ਹਾਜੀ ਟੌਮ ਐਂਡ ਜੈਰੀ ਦੇ ਕਾਰਟੂਨ ਵੇਖ ਰਿਹਾ ਤੇ ਉਹਨੇ ਤੈਨੂੰ ਬੁਲਾ ਕੇ ਕਿਹਾ ਕਿ ਗਾਣਾ ਕਿਉਂ ਨਹੀਂ ਆ ਰਿਹਾ, ਤੇ ਇਸ ਤੋਂ ਬਾਅਦ ਫੇਰ ਅੱਗੇ ਸੁਣਾਂਗੇ ਠਹਿਰ ਜਾ। ਚਲੋ ਠੀਕ। ਤੇਰਾ ਇਸ ਪੂਰੇ ਇਹ ਜਿਹੜੀ ਇੱਕ ਤੇਰੀ ਲਾਈਫ ਆ ਜਾਂ ਸਾਡੀ ਲਾਈਫ ਆ, ਇਹਦੇ ਵਿੱਚ ਕਿਤੇ ਤੈਨੂੰ ਲੱਗਦਾ ਤੇਰਾ ਸਿਮਰਨ ਨਾਲ ਵਿਆਹ ਹੋਏਗਾ? ਭਾਜੀ ਉਹ ਹੋ ਗਿਆ ਸੀਗਾ, ਮੈਂ ਤੁਹਾਨੂੰ ਉਹੀ ਤਾਂ ਦੱਸਣ ਲੱਗਾ। ਨਹੀਂ ਉਹ ਤਾਂ ਦੱਸ, ਬਾਅਦ ਚ ਦੱਸ। ਮੇਰੀ ਬੱਸ ਹੋ ਗਈ, ਮੇਰਾ ਦਿਮਾਗ ਖਰਾਬ ਹੋ ਗਿਆ, ਮੈਨੂੰ ਗੁਬਾਰ ਚੜਨ ਲੱਗ ਪਿਆ ਦਿਮਾਗ। ਲੋ ਜੀ ਨਾਜ਼ਰੀਨ, ਇੱਕ ਗੱਲ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਜਾਨੀ ਭਾਜੀ ਇੱਕ ਚੈਨਲ ਬਣਾਓ ਲੈਦਾ ਮੋਟੀਵੇਸ਼ਨਲ, ਠੀਕ ਹੈ ਨਾ? ਲੇਕਿਨ ਭਾਜੀ ਆ ਵੀ ਤੇ ਆਪਾਂ ਉਹੀ ਹੈ ਨਾ ਹਿਸਾਬ ਕਿਤਾਬ, ਮੋਟੀਵੇਸ਼ਨਲ ਲੈਦਾ। ਫਿਰ ਇਹਦੇ 'ਚ ਆਪਾਂ ਗੱਲ ਕਰ ਲਿਆ ਕਰਾਂਗੇ ਥੋੜੀ ਬਹੁਤ,
ਤੇ ਮੈਂ ਸਭ ਤੋਂ ਪਹਿਲੇ ਤੁਹਾਨੂੰ ਦੱਸਾਂ ਨਾ, ਮੈਂ ਮੈਸੇਜ ਬੜੇ ਲੋਕ ਬਹੁਤ ਮੈਨੂੰ ਪਿਆਰ ਕਰਦੇ ਨੇ, ਬੜਾ ਲੋਕਾਂ ਨੇ ਤਾਰੀਫ ਕੀਤੀ ਕਿ ਜਿਹੜੇ ਮੈਂ ਦੱਸਦਾ ਕਿ ਇਦਾਂ ਕਰ ਲਿਆ ਕਰੋ। ਭਾਜੀ ਨਾ ਮੈਂ ਕੋਈ ਟੀਚਰ ਆ, ਨਾ ਮੈਂ ਕੋਈ ਬਹੁਤ ਪੜ੍ਹਿਆ ਲਿਖਿਆ, ਨਾ ਮੇਰੇ ਇੱਕ ਦਿਮਾਗ ਦੀ ਗੱਲ ਆ, ਠੀਕ ਹੈ ਨਾ। ਜਿੱਦਾਂ ਲਾਈਕ ਅੱਜ ਮੈਂ ਸੋਚਿਆ ਸੀ ਕਿ ਮੈਂ ਤੁਹਾਨੂੰ ਇੱਕ ਹੋਰ ਟਿਪ ਦੇਣੀ ਹੈ ਜਿਹੜੀ ਮੈਂ ਆਪਣੇ ਤੇ ਅਪਲਾਈ ਕੀਤੀ, ਉਹਦਾ ਮੈਨੂੰ ਫਾਇਦਾ ਵੀ ਹੋਇਆ। ਜਿੰਨੇ ਬੈਠੇ ਨੇ ਇਸ ਟਾਈਮ ਜਿਨ੍ਹਾਂ ਦੇ ਬੱਚੇ ਛੋਟੇ ਨੇ, 6 ਮਹੀਨੇ ਦਾ, 2 ਮਹੀਨੇ ਦਾ, 1 ਮਹੀਨੇ ਦਾ, ਸਾਲ ਦਾ, 8 ਮਹੀਨੇ ਦਾ, ਜਾਂ ਉਹ ਮੇਰੀਆਂ ਭੈਣਾਂ ਭਰਾ ਜਿਹੜੇ ਕੁਆਰੇ ਨੇ ਹਲੇ ਜਿਨ੍ਹਾਂ ਦੀ ਸ਼ਾਦੀ ਹੋਣੀ ਹੈ ਔਰ ਉਹਨਾਂ ਦੇ ਬੱਚੇ ਹੋਣੇ ਨੇ, ਅੱਜ ਇਹ ਗੱਲ ਦਿਮਾਗ 'ਚ ਬਿਠਾ ਲੈਣੀ ਹੈ। ਅੱਲਾ ਧੀ ਪੁੱਤ ਦੇਵੇ ਸਾਰਿਆਂ ਨੂੰ, 5 ਸਾਲ ਬਾਅਦ ਸ਼ਾਦੀ ਤੋਂ ਬਾਅਦ ਹੋਵੇ, 4 ਸਾਲ ਬਾਅਦ ਹੋਵੇ, ਇਹ ਗੱਲ ਮੇਰੀ ਯਾਦ ਰੱਖਣੀ, ਪੱਲੇ ਨਾਲ ਬੰਨ ਲੈਣੀ ਹੈ। ਫਰੀਦ ਸਾਹਿਬ ਜੁਗਾੜ ਮੈਂ ਲਾਉਣਾ, ਜੁਗਾੜ ਕਿ ਯਾਰ ਇਹਦਾ ਹੱਲ ਕੀ ਹੈ ਏਦਾਂ ਕੀ। ਤੇ ਮੈਨੂੰ ਇਹ ਬਿਮਾਰੀ ਨਹੀਂ ਕੀ ਵੀ ਜੋ ਤੁਰਿਆ ਆ ਰਿਹਾ ਤੇ ਮੈਂ ਉਹਦੇ ਤੇ ਹੀ ਲੱਗਾ ਰਵਾਂ। ਮੈਂ ਕੋ ਆਪਣੀ ਇਜਾਦਾਤ ਕਰਨੀ ਹੁੰਦੀ ਹੈ। ਉਸਤਾਦ ਜੀ ਮੇਰੇ ਬੇਟਾ ਹੋਇਆ ਨਾ, ਹੁਣ ਹਿਸਾਬ ਕਿਤਾਬ ਏਦਾਂ ਹੁੰਦਾ, ਜਿਹੜੇ ਟਿਪੀਕਲ ਮਹੱਲੇ ਹੁੰਦੇ ਨਾ ਉਹਨਾਂ 'ਚ ਬੱਚੇ ਗਵਾਚ ਜਾਂਦੇ ਨੇ। ਜਦੋਂ ਮਾੜਾ ਜਿਹਾ ਤੁਰਨ ਲੱਗਾ ਤੇ ਗਵਾਚ ਗਿਆ, ਅੰਮੀ ਦੇ ਪਿੱਛੇ ਜਾਂਦਾ ਜਾਂਦਾ ਹੋਰ ਬੁਰਖੇ ਵਾਲੀ ਬੁੱਢੀ ਦੇਖੀ ਤੇ ਉਧਰ ਨੂੰ ਤੁਰ ਪਿਆ। ਮੇਰੇ ਨਾਲ ਏਦਾਂ ਕਈ ਵਾਰੀ ਹੋਇਆ ਸਟੇਸ਼ਨ ਤੇ, ਮੈਂ ਮਤਲਬ ਤੁਰੀ ਗਿਆ, ਉਹ ਔਰਤ ਸਟੇਸ਼ਨ ਤੋਂ ਥੱਲੇ ਉਤਰ ਗਈ, ਕੱਚੀ ਬਾਦੀ ਵੱਲ ਚਲੀ ਗਈ, ਮੈਂ ਉਹਦੇ ਮਗਰ ਮਤਲਬ ਬੁਰਖਾ ਇੰਜ ਵਟਾਇਆ ਗਿਆ ਜ਼ਰਾ, ਤੇ ਉਹ ਇਧਰ ਧਿਆਨ ਹੋਇਆ, ਇੰਜ ਦੇਖਿਆ ਤੇ ਅੰਮੀ ਹੁਣੀ ਐਨ ਹੋ ਗਿਆ, ਅੱਗੋਂ ਬੁਰਖਾ ਤੇ ਉਹਦੇ ਮਗਰ ਤੇ ਇੰਜ ਦੇਖੀ ਆ। ਯਾਰ ਇਦਾਂ ਦੇ ਗਵਾਚ ਜਾਂਦਾ ਬੰਦਾ। ਅੱਛਾ ਫਿਰ ਹੁੰਦਾ ਕੀ ਆ ਕਿ ਕਿੱਥੇ ਲੱਭਣਾ, ਅੱਲਾ ਕੀਤਾ ਲੱਭ ਜਾਂਦਾ, ਐਲਾਨ ਕਰਾ ਲਿਆ ਮਸਜਿਦ 'ਚ ਜਾਂ ਕਿਤੇ। ਮੈਂ ਇੱਕ ਤਰੀਕਾ ਸੋਚਿਆ ਉਸਤਾਦ ਜੀ, ਜਦੋਂ ਮੇਰਾ ਬੇਟਾ ਥੋੜੇ ਲਫ਼ਜ਼ ਸਿੱਖਣ ਲੱਗ ਪਿਆ ਨਾ, ਸਭ ਤੋਂ ਪਹਿਲੇ ਉਹਨੂੰ ਮੈਂ ਆਪਣਾ ਮੋਬਾਈਲ ਨੰਬਰ ਯਾਦ ਕਰਾਇਆ। ਵਾਹ ਵਾਹ। ਸਭ ਤੋਂ ਪਹਿਲੇ, ਜਦੋਂ ਮਾਮਾ ਪਾਪਾ ਤੋਂ ਵੀ ਪਹਿਲੇ ਉਹਨੂੰ ਮੈਂ ਕਹਿੰਦਾ ਬੋਲੋ 0300। ਉਹ ਹੁਣ ਕਹਿੰਦਾ ਫਿਰਦਾ, ਯਾਨੀ ਹੁਣ ਮੈਂ 10-15-20 ਦਿਨਾਂ 'ਚ ਨਾ ਯਾਦ ਕਰਾਤਾ ਫਰ 0300। ਠੀਕ ਹੈ ਨਾ, ਮੇਰਾ ਨੰਬਰ ਵਾਰਦ ਦਾ ਸੀ। ਅੱਛਾ ਹੁਣ ਹੋ ਗਿਆ ਕੰਮ। ਮੈਂ ਅਨਾਰਕਲੀ ਦਫ਼ਤਰ ਬੈਠਾ ਆਪਣੇ ਤੇ ਮੈਨੂੰ ਇੱਕ ਫੋਨ ਆਇਆ। ਮੈਂ ਕਿਹਾ ਹੈਲੋ, ਕਹਿੰਦਾ ਪਾਪਾ। ਮੈਂ ਕਿਹਾ ਹਾਂਜੀ। मैं गुम हो गया हूँ मैं गुम हो गया, मुझे ले जाए भाई। मैं कहा मेरी बात करो। उन्हें कहा जी सलाम अलैकुम भाई ने ਤੁਹਾਡਾ बेटा। मैं कहा जी। कहता यार क्या बात। अच्छा नाल उन्होंने भी कहा सी कि जो तू आप गुम हो जाओ ना तो किसी भी अंकल को कहना कि अंकल मैं गुम हो गया हूँ, मेरे पापा को फ़ोन कर दें, ये नंबर है। ये भी उन्होंने याद कराया। वो एक सुनयारे की नारकली किते गवाच गया, सुनयारे की दुकान 'ਚ ਵੜਿਆ। ਸੁਨਿਆਰੇ ਵਾਲੇ ਨੂੰ ਨਾ ਕਹਿੰਦਾ ਇਹ ਜਦੋਂ ਅੰਦਰ ਆਇਆ ਨਾ ਤੇ ਸਾਨੂੰ ਇਹਦੇ ਹੱਥ ਨਜ਼ਰ ਆਏ ਨਿੱਕੇ ਨਿੱਕੇ, ਕਿਉਂਕਿ ਟੇਬਲ ਉੱਚਾ ਸੀ ਨਾ, ਤੇ ਅਸੀਂ ਕਿਹਾ ਇਹ ਕੀ ਦਰਵਾਜ਼ਾ ਖੁੱਲਣ ਦਾ ਪਤਾ ਲੱਗਾ। ਉਸ ਤੋਂ ਬਾਅਦ ਅੰਦਰ ਆਇਆ ਤੇ ਸਾਨੂੰ ਨਜ਼ਰ ਹੀ ਨਹੀਂ ਆਇਆ ਕਿ ਦਰਵਾਜ਼ਾ ਖੁੱਲ ਕੇ ਇੰਜ ਲੱਗਾ ਵੀ ਬੰਦ ਹੋ ਗਿਆ। ਕਾਊਂਟਰ ਤੋਂ ਵੀ ਨਹੀਂ ਹੋਇਆ ਸੀ। ਕਹਿੰਦਾ ਫਿਰ ਕਿਹਾ ਹਾਂਜੀ। ਕਹਿੰਦਾ ਮੇਰੇ ਨਾ मैं गुम हो गया हूँ, मेरे पापा को फ़ोन कर दे। ਉਹਨੇ ਕਿਹਾ ਨੰਬਰ ਪਤਾ ਹੈ? ਕਹਿੰਦਾ ਹਾਂਜੀ। ਤੇ ਕਹਿੰਦਾ ਯਾਰ ਸੁਭਾਨ ਅੱਲਾ। ਕਹਿੰਦਾ ਯਾਰ ਐਡਾ ਛੋਟਾ ਬੱਚਾ। ਉਹਨੇ ਆਉਂਦੇ ਹੀ ਸਾਨੂੰ ਕਿਹਾ। ਮੈਂ ਕਿਹਾ ਜਿਹਨੂੰ ਭਾਓ ਮੈਂ ਆ ਰਿਹਾ ਭਾਈ। ਮੈਂ ਉੱਠਿਆ ਸਿੱਧਾ ਸੁਨਿਆਰੇ ਦੀ ਦੁਕਾਨ ਤੇ, ਉਹਨਾਂ ਨੇ ਜੂਸ ਫੜਾਇਆ, ਪੀ ਰਿਹਾ ਉੱਥੇ। ਮੈਂ ਕਿਹਾ ਹਾਂ ਮੈਂ ਗੁੰਮ ਹੋ ਗਿਆ ਥਾ। ਕਹਿੰਦਾ ਤੇ ਉਹ ਵੀ ਮੈਨੂੰ ਕਵੇ, ਕਹਿੰਦਾ ਉਹਨੇ ਫਿਰ ਮਤਲਬ ਇਹਨੂੰ ਕੋਈ ਚੀਜ਼ਾਂ ਵੀ ਦਿੱਤੀਆਂ। ਉਹਨੇ ਕਿਹਾ ਯਾਰ ਕਿਆ ਬਾਤ। ਇਹ ਗੱਲ ਤੁਸੀਂ ਇੰਨਾ ਕੁ ਤੁਹਾਨੂੰ ਫਾਇਦਾ ਹੋਏਗਾ, ਉਹਦੀ ਵਜ੍ਹਾ ਆ। ਫਿਰ ਇੱਕ ਦਫਾ, ਇਹ 3 ਵਾਰੀ ਇੱਦਾਂ ਹੋਇਆ। ਫਿਰ ਇੱਕ ਦਫਾ ਮੈਂ ਰਜ਼ਾਬਾਦ ਦੇ ਵਿੱਚ ਜਾ ਰਿਹਾ, ਅਸੀਂ ਜਾ ਰਹੇ ਹਾਂ, ਭਾਈ ਨੂੰ ਨਹੀਂ ਗਿਆ, ਮੈਨੂੰ ਫੋਨ ਆ ਗਿਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਟੈਨਸ਼ਨ ਨਹੀਂ ਲੈਣੀ, ਉਹਨੇ ਫੋਨ ਆਏਗਾ ਵੇਖਣਾ। ਫੋਨ ਆ ਗਿਆ ਜੀ। ਅਸੀਂ 18 ਨੰਬਰ ਗਲੀ 'ਚ ਅੱਗ ਬਾਲ ਕੇ 5-7 ਬੰਦੇ ਬੈਠੇ ਸਾਂ। ਇਹ ਬੱਚਾ ਤੁਹਾਡਾ ਆਇਆ ਆ ਕੇ ਕਹਿੰਦਾ ਅੰਕਲ ਮੈਂ ਗੁੰਮ ਹੋ ਗਿਆ, ਮੇਰੇ ਪਾਪਾ ਤੇ ਫੋਨ ਮਿਲਾ ਦੇ। ਮੈਂ ਤੁਹਾਨੂੰ ਫਾਇਦਾ ਦੱਸ ਰਿਹਾ। ਜਦੋਂ ਬੱਚਾ ਇਸ ਕੰਡੀਸ਼ਨ 'ਚ ਹੋ ਜਾਏ ਕਿ ਉਹ ਮਤਲਬ ਥੋੜਾ ਯਾਦ ਕਰਨ ਲੱਗ ਪਿਆ, ਨਾਮ ਸ਼ਾਮ ਨੰਬਰ ਨੂੰਬਰ, ਉਹਨੂੰ ਤੋਤੇ ਵਾਂਗੂ 5-7-10 ਦਿਨਾਂ ਦੇ ਵਿੱਚ ਆਪਣਾ ਨੰਬਰ ਲਾਜ਼ਮੀ ਯਾਦ ਕਰਾਓ। ਫੋਨ ਨੰਬਰ ਲਾਜ਼ਮੀ। ਸਭ ਤੋਂ ਪਹਿਲੇ ਬੱਚੇ ਨੂੰ ਮਾਮਾ ਪਾਪਾ ਤੋਂ ਵੀ ਪਹਿਲੇ ਉਹਨੂੰ ਫੋਨ ਨੰबर याद कराओ। फ़ोन नंबर याद करा के नाल उनको कि बेटा कहीं भी इधर उधर हो जाओ ना, गुम जाओ, तो किसी को भी कहना अंकल आंटी ये मुझे ना नंबर मिला दे। ये ਤੁਹਾਨੂੰ ਇੰਨਾ ਕੁ ਫਾਇਦਾ ਹੋਏਗਾ ਕਿ ਤੁਸੀਂ ਯਾਦ ਕਰੋਗੇ ਕਿ ਯਾਰ ਜਾਨੀ ਨੇ ਕੋਈ ਗੱਲ ਦੱਸੀ। ਵਾਕਈ ਠੀਕ ਹੈ ਜੀ। ਅੱਛਾ ਮੈਂ ਉਸਤਾਦ ਜੀ ਇੱਕ ਆਪਣੇ ਬੱਚੇ ਨੂੰ ਇੱਕ ਅੱਛੀ ਆਦਤ ਦੱਸੀ ਹੈ। ਮੈਂ ਕਿਹਾ ਸਾਰਿਆਂ ਨਾਲ ਸ਼ੇਕ ਹੈਂਡ ਕਰਨਾ, ਸਲਾਮ ਲੈਣਾ, ਲੇਕਿਨ ਤੇਰੇ ਦਾਦਾ ਔਰ ਦਾਦੀ ਜਾਂ ਉਸ ਏਜ ਦਾ ਕੋਈ ਵੀ ਬੰਦਾ, ਉਹਨਾਂ ਨਾਲ ਸਲਾਮ ਲੈਣ ਤੋਂ ਬਾਅਦ ਉਹਨਾਂ ਦੇ ਹੱਥ ਚੁੰਮਣੇ। ਇਹ ਇਸ ਤੋਂ ਦੱਸਿਆ। ਇਹ ਗੱਲ ਹੈਗੀ ਹੈ, ਇਹ ਜਿਹੜੀਆਂ ਨੇ ਚੀਜ਼ਾਂ, ਇਹ ਹੈਗਾ ਅਦਬ 'ਚ। ਇਹ ਅਦਬ 'ਚ ਜਿਹੜੀ ਮੈਂ ਚੀਜ਼ ਕਹਿ ਰਿਹਾ ਉਹ ਬਹੁਤ ਵੱਡੀ ਪਰੇਸ਼ਾਨੀ ਆ। ਹਾਂਜੀ ਨਹੀਂ ਉਹ ਤਾਂ ਬੜੀ ਅੱਛੀ ਗੱਲ ਆ। ਇਹ ਅਦਬ ਆ ਨਾ, ਇਹਦੇ 'ਚ ਤੇ ਤੁਸੀਂ ਅਦਬ 'ਚ ਸਿਖਾ ਦਿਓ ਵੀ ਉਹ ਨਾਮ। ਇਹਦੇ 'ਚ ਇੱਕ ਲੌਜੀਕ ਇਹ ਵਾ ਕਿ ਮੈਂ ਸੋਚਣਾ ਵਾ ਕਿ ਆਪਣੇ ਤੋਂ ਵੱਡਿਆਂ ਦਾ, ਬਜ਼ੁਰਗਾਂ ਦਾ ਇਹਤਰਾਮ ਕਰਨ ਦਾ ਉਹਦਾ ਕਨਸੈਪਟ ਜਿਹੜਾ ਨਾ ਉਹ ਐਸਾ ਹੋਵੇ ਕਿ ਦੂਸਰਿਆਂ ਨਾਲੋਂ ਜਿਹੜਾ ਮੁਨਫਰਿਦ ਹੋਵੇ। ਇਸ ਲਈ ਮੈਂ ਆਪਣੇ ਬੇਟੇ ਨੂੰ ਵੀ ਉਹ ਦੱਸਣਾ ਵਾ ਤੇ ਉਹ ਇਸ ਤਰ੍ਹਾਂ ਕਰਦਾ, ਡੇਲੀ ਆਪਣੇ ਦਾਦਾ ਨੂੰ ਤੇ ਦਾਦੀ ਮਾਂ ਦਾ ਹੱਥ ਜਾ ਕੇ ਚੁੰਮਦਾ।
ਮਾਸ਼ਾਅੱਲਾ ਫਰੀਦ ਸਾਹਿਬ ਮਾਤਰ ਨਾ ਇਹ ਬਹੁਤ ਫਿੱਕੀ ਜੀ ਗੱਲ ਆ, ਤੁਸੀਂ ਇਹ ਗਲਤ ਗੱਲ ਹੈ। ਮੈਂ ਤਾਂ ਭਾਈ ਅਦਬ ਇਹਤਰਾਮ ਹੁੰਦਾ ਦਿਲ ਦੇ ਵਿੱਚ। ਅਦਬ ਹੁੰਦਾ। ਦੇਖੋ ਮੈਂ ਹੁਣ ਤੈਨੂੰ ਮੈਂ ਆਪਣੇ ਦਾਦਕਿਆਂ ਦਾ ਦੱਸਦਾ, ਨਹੀਂ ਇਹ ਕੱਖ ਵੀ ਨਹੀਂ ਫਰੀਦ, ਐਵੇਂ ਸਾਡੇ ਉਹਨੂੰ ਨਾ ਇਸ ਪਾਸੇ ਲਾ ਹੱਥ ਚੁੰਮਣੇ ਤੂੰ ਜਾ ਕੇ, ਉਹਨੂੰ ਕਹਿ ਇਹਨਾਂ ਦੀ ਜਾਨ ਵੀ ਕੁਰਬਾਨ ਆ ਤੇਰੀ, ਇਹਨਾਂ ਦੇ ਜੋ ਕਹਿਣ ਉਹ ਗੱਲ ਮੰਨ। ਦਿਲ ਕਰੇ ਇਧਰੋਂ ਹੱਥ ਚੁੰਮ ਕੇ ਤੇ ਦਾਦਾ ਕਵੇ ਪੋਤਾ ਚੀਜ਼ ਫੜਾਵੇ, ਕਹਾਂ ਆਪੇ ਫੜ ਲੈ, ਹੱਥ ਚੁੰਮਣਾ ਹੀ ਸਿਖਾਤਾ, ਕੋਈ ਚੀਜ਼ ਫੜਾ ਹੀ ਨਹੀਂ ਰਿਹਾ। ਤੈਨੂੰ ਮੈਂ ਆਪਣੇ ਦਾਦਕਿਆਂ ਦੀ ਗੱਲ ਦੱਸਦਾ, ਮੇਰੇ ਦਾਦਕਿਆਂ 'ਚ ਸੁਭਾਨ ਅੱਲਾ ਉਹਨਾਂ ਦਾ ਤਰੀਕਾਕਾਰ ਸੀ। ਯਾਨੀ ਮੇਰੀ ਅੰਮੀ, ਮੇਰੀਆਂ ਚਾਚੀਆਂ, ਮੇਰੀਆਂ ਫੁੱਫੀਆਂ, ਦਾਦਾ ਦਾਦੀ ਇਕੱਠੇ ਘਰ 'ਚ ਨੇ, ਸਾਰਿਆਂ ਦੇ ਬੱਚੇ ਨੇ, ਅਸੀਂ ਵੀ ਨਿੱਕੇ ਨਿੱਕੇ ਹਾਂ। ਭਾਈਜਾਨ ਜਿਹਦਾ ਦਿਲ ਕਰੇ ਜਿੰਨੇ ਗਲਤੀ ਕੀਤੀ ਉਹਨੂੰ ਜਿਹੜਾ ਮਰਜ਼ੀ ਫੈਂਟ ਦਿੰਦਾ ਸੀ, ਕੋਈ ਟੈਨਸ਼ਨ। ਕਦੀ ਮੈਂ ਨਹੀਂ ਸੁਣਿਆ ਕਿ ਉਸ ਘਰ 'ਚ ਹੋਵੇ ਕਿ ਮੇਰੇ ਮੁੰਡੇ ਨੂੰ ਕਿਉਂ ਮਾਰਿਆ, ਬਲਕਿ ਉੱਤਰੋਂ ਆਵਾਜ਼ ਹੁੰਦੀ ਸੀ ਇਹਨੂੰ ਹੋਰ ਮਾਰੋ ਭਾਬੀ, ਇਹਨੂੰ ਹੋਰ ਮਾਰੋ। ਅੱਛਾ ਤਮੀਜ਼ ਕੀ ਸੀ? ਇੱਕ ਹੋਰ ਤੁਹਾਨੂੰ ਬੜੀ ਟਿਪੀਕਲ ਗੱਲ ਦੱਸਾਂ ਅੱਜ, ਬਹੁਤ ਮਜ਼ੇਦਾਰ, ਧਿਆਨ ਜ਼ਰਾ ਮੇਰੇ ਵੱਲ ਰੱਖਣਾ। ਉੱਥੇ ਤੁਸੀਂ ਅੱਲਾ ਕਰੇ ਪਹੁੰਚ ਜਾਓ ਜਿੱਥੋਂ ਮੈਂ ਤੁਹਾਨੂੰ ਗੱਲ ਕਰਨ ਲੱਗਾ। ਜਿੱਦਾਂ ਰਾਹਤ ਤੰਦੂਰੀ ਸਾਹਿਬ ਕਹਿੰਦੇ ਨਾ, ਮੇਰੇ ਸ਼ੇਰ को समझने की कोशिश नहीं करनी, ठीक है ना, बस ਇਹ ਸਮਝਣਾ ਕਿ ਅੱਛਾ ਸ਼ਾਇਰ ਅੱਛਾ ਹੀ ਕਹਿੰਦਾ ਹੋਏਗਾ, ਠੀਕ ਹੈ ਨਾ। ਤੇ ਇਸ ਤਰ੍ਹਾਂ ਹੀ ਤੁਸੀਂ, ਲੇਕਿਨ ਤੁਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ, ਤੁਹਾਨੂੰ ਮਜ਼ਾ ਆਏਗਾ ਇਸ ਗੱਲ ਦਾ। ਇੱਕ ਦੋ ਚੀਜ਼ਾਂ ਨੇ, ਮੈਂ ਆਪਣੇ ਬੇਟੇ ਨੂੰ ਕਹਿੰਦਾ ਬੇਟਾ ਪਾਣੀ ਪਿਆ। ਮੇਰੇ ਦਾਦਕਿਆਂ ਦੇ ਵਿੱਚ ਕੀ ਸੀ, ਮੇਰੇ ਦਾਦੇ ਹੋਣਾ ਦਾ ਹਿਸਾਬ ਕਿ ਚਾਚੇ ਮੇਰੇ ਨੇ ਕਹਿ ਦਿੱਤਾ ਨਾ ਕਿਸੇ ਬੱਚੇ ਨੂੰ, ਓਏ ਪਾਣੀ ਪਿਆ ਹੈ, ਤੇ ਉਹਨੇ ਐਵੇਂ ਲੇਟ ਕੀਤਾ, ਅੱਧਾ ਮਿੰਟ ਜਾਂ ਮਿੰਟ ਨਹੀਂ ਉੱਠਿਆ, ਤੇ ਚਾਚੇ ਨੇ ਨਹੀਂ, ਉਸ ਤੋਂ ਪਹਿਲੇ ਜਿਹੜਾ ਵੇਖਣਾ ਉਹਨੇ ਜਾ ਕੇ ਥੈਟ, ਤੈਨੂੰ ਸੁਣਿਆ ਨਹੀਂ ਉਹ ਕੀ ਕਿਹਾ ਚਾਚੂ ਨੇ, ਪਾਣੀ ਪਿਆ, ਠੀਕ ਹੈ ਜੀ, ਉਹਨੇ ਪਾਣੀ ਪਿਆ ਦੇਣਾ। ਯਾਨੀ ਇਹ ਤਰਬੀਅਤ ਆ। ਤੇ ਇਹ ਨਹੀਂ ਕਿ ਉਹਦਾ ਪੁੱਤਰ ਆ ਤੇ ਉਹਨੇ ਹੀ ਕਹਿਣਾ, ਇਹਦਾ ਪੁੱਤਰ ਆ ਤੇ ਉਹਨੇ ਹੀ ਕਹਿਣਾ, ਠੀਕ ਹੋ ਗਿਆ। ਅੱਗੋਂ ਮੇਰੇ ਅੱਬੂ ਦੀ ਥੋੜੀ ਜੀ ਨੇਚਰ, ਮਤਲਬ ਉਹਨਾਂ ਨੇ ਥੋੜਾ ਕਿਹਾ ਕਿ ਨਹੀਂ ਯਾਰ, ਉਹਨਾਂ ਦੀ ਇੱਕ ਨੇਚਰ ਇਹ ਸੀ ਕਿ ਆਪਣੇ ਕੰਮ ਆਪ ਕਰੋ, ਬੜੀ ਅੱਛੀ ਗੱਲ ਹੈ, ਲੇਕਿਨ ਇਹਦਾ ਇੱਕ ਨੁਕਸਾਨ ਹੁੰਦਾ। ਮੈਂ ਤੁਹਾਨੂੰ ਅੱਜ ਗੱਲ ਦੱਸਾਂ, ਇਹਦਾ ਨੁਕਸਾਨ ਕੀ ਹੁੰਦਾ ਕਿ ਜਦੋਂ ਮੈਂ ਵੱਡਾ ਨਾ ਘਰ 'ਚ ਮੇਰੇ ਅੱਬੂ ਬੈਠੇ ਨੇ, ਤੇ ਮੈਂ ਛੋਟੇ ਨੂੰ ਕਿਹਾ ਕਿ ਯਾਰ ਪਾਣੀ ਪਿਆਈ, ਤੇ ਅੱਬੂ ਨੇ ਉਸ ਤੋਂ ਪਹਿਲੇ ਕਹਿ ਦੇਣਾ ਆਪ ਪੀ, ਉੱਠ ਕੇ ਆਪਣੇ ਕੰਮ ਆਪ ਕਰੀਦੇ ਹੁੰਦੇ ਆ, ਆਪ ਉੱਠ ਕੇ ਪੀ, ਬੜੀ ਅੱਛੀ ਗੱਲ ਆ, ਠੀਕ ਹੈ। ਲੇਕਿਨ ਇਹਦੇ ਨਾਲ ਨੁਕਸਾਨ ਕੀ ਹੋਇਆ ਕਿ ਜਦੋਂ ਅੱਬੂ ਘਰ ਨਹੀਂ ਹੈਗੇ ਤੇ ਮੈਂ ਕਿਹਾ ਛੋਟੇ ਨੂੰ ਯਾਰ ਪਾਣੀ ਪਿਆਈ, ਤੇ ਉਹਨੇ ਵੀ ਮੈਨੂੰ ਕਹਿਤਾ ਆਪ ਪੀ ਉੱਠ ਕੇ। ਹੁਣ ਪਿਓ ਮੇਰਾ ਤੇ ਕਹਿ ਸਕਦਾ, ਉਹਨੇ ਛੋਟੇ ਨੇ ਵੀ ਮੈਨੂੰ ਕਹਿਤਾ ਆਪ ਪੀ ਉੱਠ ਕੇ, ਮੇਰੀ ਵੈਲਿਊ ਖਤਮ ਹੋ ਗਈ। ਮੇਰੀ ਗੱਲ ਸਮਝ ਆ ਰਹੀ? ਮੇਰੀ ਵੈਲਿਊ ਖਤਮ ਹੋ ਗਈ। ਅੱਛਾ ਹੁਣ ਅਗਰ ਉਹ ਬੇਸ਼ੱਕ ਉਹ ਮੈਨੂੰ ਲਹਿਦਾ ਕਹਿ ਦਿਓ ਕਿ ਪੁੱਤਰ ਆਪਣੇ ਕੰਮ ਆਪ ਕਰੀਦੇ ਹੁੰਦੇ ਆ, ਲੇਕਿਨ ਉਹਦੇ ਸਾਹਮਣੇ ਉਹਨੂੰ ਕਹਿੰਦੇ ਕਿ ਅੱਛਾ ਕਿ ਓਏ ਮੈਂ ਕਹਾਂ ਓਏ ਵਿਕਾਸ ਪਾਣੀ ਪਿਆਈ, ਤੇ ਉਹ ਥੋੜਾ ਜਿਹਾ ਐਵੇਂ ਇੰਝ, ਤੇ ਨਾਲ ਹੀ ਅੱਬੂ ਕਹਿਣ ਓਏ ਤੈਨੂੰ ਸੁਣਿਆ ਨਹੀਂ ਕਿ ਕੀ ਕਹਿੰਦੇ ਆ ਭਾਈ, ਪਾਣੀ ਪਿਆ ਉੱਠ ਕੇ ਛੱਡ ਦੇ, ਉਹਦੇ ਐ ਫਿਕਸ ਹੋ ਜਾਣੀ ਗੱਲ। 2 ਵਾਰੀ 3 ਵਾਰੀ ਜਦੋਂ ਇਦਾਂ ਹੋਣਾ ਨਾ, ਹੁਣ ਤੀਜੀ ਵਾਰੀ ਅੱਬੂ ਨਹੀਂ ਵੀ ਹੈਗੇ ਤੇ ਉਹਨੂੰ ਮੈਂ ਕਹਿਣਾ ਨਾ ਵਿਕਾਸ ਪਾਣੀ ਪਈ, ਤੇ ਉਹਨੇ ਇੰਝ ਜਾਣਾ ਉੱਠ ਕੇ। ਇਸ ਤਰ੍ਹਾਂ ਹੀ ਬਿਲਕੁਲ ਸਮਝ ਆ ਰਹੀ ਗੱਲ ਦੀ? ਬਿਲਕੁਲ। ਕਦੀ ਕਦੀ ਪੋਜ਼ਿਟਿਵਿਟੀ ਤੁਹਾਡੇ ਜ਼ਿਹਨ 'ਚ ਹੁੰਦੀ ਹੈ, ਲੇਕਿਨ ਉਹਦੇ ਸਾਈਡ ਇਫੈਕਟਸ ਤੁਹਾਨੂੰ ਪਤਾ ਨਹੀਂ ਲੱਗਦੇ। ਹਾਂ ਬੜੀ ਅੱਛੀ ਗੱਲ ਹੈ, ਮੇਰੇ ਅੱਬੂ ਦੀ ਆਦਤ ਸੀ ਵੀ ਆਪਣੇ ਕੰਮ ਆਪ ਕਰੋ ਯਾਰ, ਲੇਕਿਨ ਕਿਤੇ ਕਿਤੇ ਇਹ ਵੀ ਜ਼ਰੂਰੀ ਸੀ ਕਿ ਅਗਰ ਮੈਂ ਛੋਟੇ ਨੂੰ ਕਹਿੰਦਾ ਨਾ ਕਿ ਯਾਰ ਇਹ ਕੰਮ ਕਰਕੇ ਆ, ਤੇ ਉਹਨੇ ਨਹੀਂ ਕੀਤਾ, ਤੇ ਮੇਰੇ ਤੋਂ ਪਹਿਲੇ ਅੰਮੀ ਜਾਂ ਅੱਬੂ ਨੂੰ ਕਹਿੰਦੇ ਕਿ ਤੈਨੂੰ ਸਮਝ ਨਹੀਂ ਆ ਰਹੀ, ਭਾਈ ਕਹਿ ਰਿਹਾ ਕਿ ਕੰਮ ਕਰਕੇ ਆ, ਠੀਕ ਆ, ਇਹ ਉਹਦੀ ਤਰਬੀਅਤ ਆ। ਤੇ ਅਗਰ ਉਹਦੇ ਸਾਹਮਣੇ ਅੱਬੂ ਨੇ ਕਹਿਤਾ ਕਿ ਯਾਰ ਤੂੰ ਆਪ ਕਰਕੇ ਆਇਆ ਕਰ ਆਪਣੇ ਕੰਮ, ਤੈਨੂੰ ਕਿੰਨੀ ਵਾਰੀ ਕਿ ਆਪ ਕਰਕੇ ਆਇਆ ਕਰ, ਤੇ ਸਰ ਉਹਦਾ ਖਤਮ ਹੋ ਗਿਆ, ਖਤਮ ਬਿਲਕੁਲ ਵੱਡੇ ਵਾਲਾ। ਉਹ ਅਗਰ ਮੈਂ ਬਾਪ ਤੋਂ ਇਲਾਵਾ ਉਹਨੂੰ ਕਹਿਣਾ ਨਾ ਕਿ ਯਾਰ ਇਹ ਕੰਮ ਕਰਦੇ, ਉਹਨੇ ਕਹਿਣਾ ਯਾਰ ਆਪ ਹੀ ਕਰ ਗਿਆ ਵਾ। ਔਰ ਐਦਾਂ ਹੋਇਆ, ਇੰਝ ਹੋਇਆ। ਇਹ ਵੀ ਮੇਰੀ ਗੱਲ ਯਾਦ ਰੱਖਣਾ, ਤੁਸੀਂ ਆਪਣੀ ਲਾਈਫ 'ਚ ਕਿੱਦਾਂ ਅਪਲਾਈ ਕਰਨੀ। ਆਪਣੇ 2 ਬੱਚੇ ਨੇ ਤੁਹਾਡੇ, ਇੱਕ ਵੱਡਾ ਇੱਕ ਛੋਟਾ, ਜੋ ਮਰਜ਼ੀ ਆ ਸਰ, ਜਿੰਨਾ ਮਰਜ਼ੀ ਤੁਹਾਡਾ ਇਹ ਸੋਚ ਆ ਕਿ ਯਾਰ ਆਪ ਬਾਈ ਸੈਲਫ ਤੁਸੀਂ ਉੱਠ ਕੇ ਆਪਣਾ ਕੰਮ ਕਰੋ, ਇਹ ਕਰੋ ਮੋਤਾ, ਲੇਕਿਨ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਉਹਨਾਂ ਦੇ ਕੱਦ ਵੱਡੇ ਛੋਟੇ ਨੇ, ਉਹਨਾਂ ਦੇ ਲੈਵਲ, ਉਹਨਾਂ ਦੀਆਂ ਉਮਰਾਂ, ਉਹਨਾਂ ਦੀ ਤਮੀਜ਼, ਇਹਤਰਾਮ ਵੱਡੇ ਛੋਟੇ ਦਾ ਉਹਨਾਂ ਦੇ ਅੰਦਰ ਬਰਕਰਾਰ ਰੱਖਣ ਲਈ ਤੁਹਾਨੂੰ ਇਹ ਕੰਮ ਕਰਨਾ ਪੈਣਾ ਕਿ ਅਗਰ ਵੱਡੇ ਨੇ ਕਿਹਾ ਨਾ ਛੋਟੇ ਨੂੰ ਕਹਿ ਬੇਟਾ ਪਾਣੀ ਪਿਲਾ, ਬੇਟਾ ਇਹ ਕੰਮ ਕਰ ਦੋ, ਯਾਰ ਇਹ ਕੰਮ ਕਰੀ, ਤੇ ਅਗਰ ਉਹਨੇ ਨਹੀਂ ਕੀਤਾ ਤੇ ਉਸ ਤੋਂ ਪਹਿਲੇ ਤੁਹਾਡਾ ਹੱਕ ਬਣਦਾ ਕਿ ਤੁਸੀਂ ਉਹਨੂੰ ਕਹੋ ਤੈਨੂੰ ਸੁਣਿਆ ਨਹੀਂ ਗਿਆ ਭਾਈ ਕੀ ਕਹਿ ਰਹੇ ਵੱਡੇ ਭਾਈ, ਚੱਲ ਕੰਮ ਕਰ ਉੱਠ ਕੇ। ਸਾਰਾ ਲਾਈਫ ਟਾਈਮ ਲਈ ਉਹ ਆਪਣੇ ਵੱਡੇ ਭਰਾ ਦਾ ਤਾਬੇਦਾਰ ਰਹੇਗਾ। ਬਿਲਕੁਲ ਇਸ ਤਰ੍ਹਾਂ ਹੀ, ਕਿਉਂਕਿ ਉਹਦੀ ਪਰਵਰਿਸ਼ ਉੱਦਾਂ ਹੀ ਹੋਣੀ। ਇਹ 2-4 ਗੱਲਾਂ ਸੀ, ਠੀਕ ਹੋ ਗਿਆ ਸਰ। ਫਿਰ ਤਾਂ ਸੌਰੀ ਯਾਰ, ਮੈਂ ਤੈਨੂੰ ਵੈਸੇ ਮਜ਼ਾਕ ਨਾਲ ਕਿਹਾ ਸੀ, ਬੜੀ ਅੱਛੀ ਆਦਤ ਆ ਦਾਦਾ ਜੀ ਦੇ ਹੱਥ ਚੁੰਮਣ, ਲੇਕਿਨ ਗੱਲ ਇਹ ਹੈ ਇਹ ਤੋਂ ਜ਼ਿਆਦਾ उन्होंने इकल्ले भाके है कि ये दादा अबू हैं, ये मेरे से भी पहले हैं, इनको प्यार करना है, इनका ख्याल रखा करो। दादा अबू ये कि गल मननी उन्होंने हथ चुम्मन नालों कितनी वड्डी गल कि उन्होंने उन्होंने ताबेदार बना। हथ चुमेगा सिर्फ इस तो मेरे प्यो ने कहा, उन्होंने उसकी फीलिंग नहीं पता, वो एक ड्यूटी समझेगा मेरे अब्बे ने कहना था चुमना चम लेना, नहीं उनके अंदर फीलिंग पा। उन्होंने कहा
मेरे मेरे पापा हैं, मैं भी इनसे डरता हूँ, आपने भी इनको ऐसे करना है, कभी इनसे ऊंची नहीं बोलना। मैं भी नहीं बोलता हूँ, जिस तरह मैं तुम्हारा पापा हूँ ना, ये हम दोनों के पापा हैं, हमसे बड़े हैं, इदा गल सुना उन्होंने, ठीक है। हाँ, फिर की करिया कर, जो एवं कह दिया कर, तेन मैं एक दसदा ट्रिक, एवं कह दिया कर, जाओ दादा बू की जूती सीधी करके रखे आओ, भावें सीधी पई है, जाओ दादा बू की जूती सीधी करके रखे आओ, जाओ दादा बू को सराहना ला के दो, नहीं हैगा सराहना दादा बू दे कोल हैगा वा, जाओ दादा बू को सराहना ला के दो, दादा बू के पाँव की तरफ नीचे कोई चीज़ रखो, दादा बू को पूछ के आओ पानी तो नहीं पीना। ਇਹ ਗੱਲਾਂ ਉਹਨੂੰ ਕਰਾ ਲੈ, ਸਾਰੀ ਜ਼ਿੰਦਗੀ ਦਾਦਾ ਅੱਬੂ ਨਾਲ ਵੇਖੀ ਕਿੱਦਾਂ ਪਿਆਰ ਕਰ। समझ आ रही गल? ऐ नहीं को नहीं कह दिया कर कि जाओ दादा अबू की जूती ना दूसरी साइड पे रखो, उन्होंने उधर से उठना होता है, ये वो इस तरह दी निक्की 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 निक्कियां अपने बच्चों ਨੂੰ ਕਰਾ, ਠੀਕ ਹੈ। ਅੱਛਾ, ਮੈਂ ਨਾ ਉਹਨੂੰ ਥੋੜੇ ਦਿਨ ਪਹਿਲਾਂ ਬਾਜ਼ਾਰ ਲੈ ਕੇ ਗਿਆ ਤੇ ਇੱਕ ਬੱਚਾ ਨਾ ਪਿੱਛੋਂ ਖੇਲਦਾ ਹੋਇਆ, ਇਹਦੇ ਮੁੰਡੇ ਦੀ ਇੱਕ ਮੇਰੇ ਕੋਲ ਵੀਡੀਓ ਹੈਗੀ ਡਾਂਸ ਕਰਦੇ ਦੀ, ਬਈ ਤੁਸੀਂ ਕਹਿਣਾ ਦੂਜਾ ਫਰੀਦ ਆ, ਦੂਜਾ ਫਰੀਦ ਆ, ਤੁਸੀਂ ਕਹਿਣਾ ਵੀ ਐਸਾ ਠੁਮਕੇਬਾਜ਼ੀ ਨਿਜ਼ਾਮ, ਉਹ ਮੈਨੂੰ ਲੱਗਦਾ ਬਹੁਤ ਤੇਜ਼ ਕਰਾਂਦਾ, ਬਹੁਤ ਇਨੋਸੈਂਟ, ਸ਼ਕਲੋਂ ਇਨੋਸੈਂਟ, ਸਹੀ ਗੱਲ। लेकिन हरकतों लो पूरा फरीद आ, ठीक है, और मासूम और खूबसूरत माशाल्लाह और प्यारा, और डांस भी इदां दा कि सुभान अल्लाह। ते बहुत अल्लाह पाक ने माशाल्लाह बड़ी रहमत की ते। हाँ जी, तुसी ਮੈਂ ਮਿਲਣ ਗਿਆ ਸੀਗਾ ਤੇ मम्मा मम्मा अच्छा तू हर वारी तक कहना मम्मा मम्मा मिलन गया सी। ਉਸਤਾਦ ਜੀ ਬੱਚਿਆਂ ਨੂੰ ਅੱਛੀ ਤਰਬੀਅਤ ਦੇਣੀ ਚਾਹੀਦੀ ਏ। ਹੁਣ ਮੈਂ ਤੇ ਘਰ ਗਿਆ ਵਾਂ, ਇਹਨੇ ਆਪਣੇ ਮੁੰਡੇ ਨੂੰ ਮਿਲਾਇਆ ਮੈਨੂੰ, ਤੇ ਉਹ ਬੱਚੇ ਨੂੰ ਕਹਿਣ ਡਿਆ, ਉਹ ਅੰਕਲ ਨੂੰ ਨਾ ਉਹ ਗਾਲ ਕੱਢ ਕੇ ਵਿਖਾ, ਉਹ ਗਾਲ ਕੱਢ ਕੇ, ਉਹ ਗਾਲ ਕੱਢਣੇ ਕਹਿੰਦੇ ਲਓ ਜੀ ਮੇਰੇ ਮੁੰਡੇ, ਮੇਰੇ ਬੇਟੇ ਨੂੰ ਇੱਕ ਵੀ ਗਾਲ ਆਉਂਦੀ ਹੋਵੇ यार नहीं 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 ਛੱਡ ਦੇ ਗੱਲ ਹੀ ਚਲਾਈ ਸੀ ਭਰਾਵਾ। ਕਿ ਤੂੰ ਕਿਹੜੇ ਇਲਾਕੇ 'ਚ ਰਹਿਣਾ? ਤੇਰੇ ਲਾਈਆਬਾਦ, ਲਾਈਆਬਾਦ। ਤੇ ਤੇਰੇ ਮੁੰਡੇ ਨੂੰ ਗਾਲ ਨਹੀਂ ਆਉਂਦੀ? ਕਸਮੇ ਨਹੀਂ ਆਉਂਦੀ ਅੱਜ ਨਹੀਂ ਆਉਂਦੀ, ਉਧਰੋਂ ਤੇ ਨਵੀਆਂ ਗਾਲਾਂ ਨਿਕਲਦੀਆਂ। ਅੱਜ ਨਹੀਂ ਆਉਂਦੀ। ਮਾਰੋ ਮੁਝੇ ਮਾਰੋ ਮਗਾਰਦਾ ਤੈਨੂੰ ਅਮਰੀਕਾ ਵਾਲੇ ਫੋਨ ਕਰਕੇ ਤੁਹਾਨੂੰ ਪੁੱਛਦੇ ਵੀ ਯਾਰ ਕੋਈ ਨਵੀਂ ਗਾਲ ਤੇ ਨਹੀਂ ਆਈ? ਡੇਲੀ ਵੀਡੀਓ ਬਣਾਉਂਦਾ ਸੀ ਮੈਂ, ਜਾ ਜਾਨੀ ਮੇਰਾ ਚੈਨਲ ਤਪਤਲਾਏ ਤਰੇ। ਆਹੋ, ਨਹੀਂ ਤੇ ਤੂੰ ਤਾਂ ਨਾਲ ਰਲ ਕੇ ਬਣਾ ਲਾ ਚੈਨਲ, ਤੂੰ ਤਾਂ ਨਾਂ ਰੱਖ ਲੈ ਪਿਓ ਪੁੱਤਰ ਆਫੀਸ਼ੀਅਲ, ਉਹਨਾਂ ਦੀ ਕਸਮ ਮਜ਼ਾਕ ਨਹੀਂ ਕਰਦਾ, ਪਿਓ ਪੁੱਤਰ ਆਫੀਸ਼ੀਅਲ ਰੱਖ ਲੈ ਨਾ। ਸਹੀ ਗੱਲ, ਬਹੁਤ ਅੱਛਾ ਹੈਗਾ। ਤੇ ਬਲਕਿ ਨਾਲ ਭਾਬੀ ਨੂੰ ਵੀ ਮਾਂ ਪੁੱਤਰ, ਮਾਂ ਪਿਓ ਪੁੱਤਰ ਆਫੀਸ਼ੀਅਲ ਕਰ ਲੈ, ਦਾਦੀ ਦਾਦੇ ਨਾਲ ਚਾਚਾ ਨਾਲ ਰਹਿੰਦਾ ਉਹਨੂੰ ਵੀ ਲਾ ਲਾ, ਮਾਂ ਪਿਓ ਪੁੱਤਰ ਚਾਚਾ ਭਤੀਜਾ ਆਫੀਸ਼ੀਅਲ, ਸਾਰਿਆਂ ਨੂੰ ਕਰਕੇ ਨਾ ਟੱਬਰ ਆਫੀਸ਼ੀਅਲ ਕਰ ਲੈ। ਖਾਨਦਾਨ official। ਆਹੋ ਲੋ ਜੀ, ਠੀਕ ਹੈ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ। ਔਰ ਇਹ ਗੱਲਾਂ ਜਿਹੜੀਆਂ ਨੇ ਪਾਸੇ ਤਾਂ ਵਿੱਚ ਕਿਤੇ ਕਿਤੇ ਮੈਨੂੰ ਕੋਈ ਯਾਦ ਆਉਂਦੀਆਂ ਰਹਿੰਦੀਆਂ ਨੇ, ਹੋ ਸਕਦਾ ਤੁਹਾਡੇ ਕਿਤੇ ਕੰਮ ਆ ਜਾਣ, ਠੀਕ ਆ, ਨਹੀਂ ਤੇ ਉਹਨਾਂ ਨੂੰ ਸਾਈਡ ਤੇ ਕਰ ਦੇਣਾ ਬਸ 2-4-5 ਮਿੰਟ ਦੇ ਵਿੱਚ ਅਗਰ ਕੋਈ ਆ ਜਾਏ। ਵੈਸੇ ਉਸਤਾਦ ਜੀ ਲੌਜੀਕਲੀ ਇਹ ਗੱਲ ਏਡੀ ਕੋ ਅਥੈਂਟਿਕ ਹੈ ਨਾ, ਮਤਲਬ ਬਹੁਤ ਸਾਰੇ ਐਸੇ ਮਾਮਲਾਤ ਇੰਡੀਆ, ਜਿਵੇਂ ਸਾਡਾ ਦੇਸ਼, ਉਹ ਵੀ ਸਾਡੇ ਭਰਾ ਨੇ, ਉਹਨਾਂ ਦੇ ਸਪੀਕਰ ਨਹੀਂ ਹੁੰਦੇ, ਮਸਜਿਦਾਂ ਨਹੀਂ ਹੁੰਦੀਆਂ, ਤੇ ਉਹਨਾਂ ਦੇ ਬੱਚੇ ਜੇ ਗੁੰਮ ਹੋ ਜਾਣ ਤੇ ਉਹ ਕਿੰਨੀ ਮਤਲਬ ਇਸ ਤਰ੍ਹਾਂ ਦੀ ਕਸ਼ਟ ਕਰਦੇ ਹੋਣਗੇ। ਇਹ ਤਰੀਕਾ ਐਸਾ ਵਾ ਕਿ ਬੱਚੇ ਨੂੰ ਮਸਜਿਦਾਂ ਜਾਂ ਮਤਲਬ ਐਲਾਨ ਵਾਲਾ ਸਿਸਟਮ ਹੁੰਦਾ ਵਾ, ਲੇਕਿਨ ਇਹ ਦੇਖ ਬੱਚਾ ਗਵਾਚ ਗਿਆ, ਉਹ ਬੱਚਾ ਗਵਾਚ ਗਿਆ, ਉਹ ਲੱਭਿਆ 1 ਘੰਟੇ ਬਾਅਦ, ਉਹ 1 ਘੰਟਾ ਜਿਹੜੀ ਕੰਡੀਸ਼ਨ ਮਾਂ ਦੀ ਹੁੰਦੀ, ਪਿਓ ਦੀ ਹੁੰਦੀ, ਬੱਚੇ ਦੀ ਆਪਣੀ ਵੀ, ਔਰ ਬੱਚੇ ਦੀ ਆਪਣੀ। ਇਹਦੇ ਨੂੰ ਚੰਗਾ ਨਹੀਂ ਇੰਜ ਗਿਆ ਵਾ ਤੇ ਨਾਲ ਹੀ ਉਹਨੂੰ ਸਿਖਾਇਆ ਵਾ, ਨਾਲ ਹੀ ਗਿਆ ਵਾ ਤੇ ਉਹਨੇ ਕਹਿਤਾ ਕਿ ਵੀ ਮੈਨੂੰ 2 ਮਿੰਟ ਬਾਅਦ ਹੀ ਬੱਚਾ 5 ਮਿੰਟ ਬਾਅਦ ਹੀ ਆ ਗਿਆ, ਠੀਕ ਹੈ ਨਾ। ਮੇਰਾ ਮੁੰਡਾ ਜਦੋਂ ਗਵਾਚਾ ਠੀਕ 3 ਤੋਂ 4 ਮਿੰਟ ਬਾਅਦ ਉਹਨੇ ਜਦੋਂ ਦੇਖਿਆ ਕਿ ਵੀ ਮੈਂ ਫਾਰਗ ਹੋ ਗਿਆ, ਨਫੀ ਹੋ ਗਿਆ, ਉਹਨੂੰ ਜਿਹੜੀ ਦੁਕਾਨ ਨਜ਼ਰ ਆਈ ਉਹਦੇ ਅੰਦਰ ਵੜਿਆ ਵਾ, ਵੜ ਕੇ ਉਹਨੇ ਕਹਿਤਾ ਕਿ ਵੀ ਮੈਂ ਗੁੰਮ ਹੋ ਗਿਆ ਅੰਕਲ, ਮੇਰੇ ਪਾਪਾ ਸੇ ਬਾਹਰ ਫੋਨ ਮਿਲਾ ਦੇ। ਅਗਰ ਉਹ ਨਾ ਹੁੰਦਾ ਫੋਨ, ਉਹਨੂੰ ਕੋ ਫੜ ਲੈਂਦਾ, ਅੰਦਰ ਬਹਾ ਲੈਂਦਾ, ਕਿੱਧਰੋਂ ਉਹਦਾ ਫਿਰਦੇ ਤੁਰਦੇ ਹਿਸਾਬ ਕਿਤਾਬ। ਅੱਛਾ ਗੱਲ ਇਹ ਕਿ ਉਹ ਲੱਭ ਜਾਂਦਾ, ਮੰਨ ਲਿਆ ਨਾਲ ਲੱਭ ਗਿਆ, ਲੇਕਿਨ ਉਹ ਕਿੰਨਾ ਟਾਈਮ ਲੈਣਾ, ਉਸ ਟਾਈਮ 'ਚ ਜਿਹੜੀ ਅਜ਼ੀਅਤ ਆ, ਇੰਝ ਤੁਹਾਨੂੰ ਫੋਨ ਆਉਣਾ ਬੱਚੇ ਦਾ, ਠੀਕ ਹੈ ਨਾ। ਸਾਜੀ ਅੱਜ ਕੱਲ ਲੱਭਦੇ ਵੀ ਨਹੀਂ, ਮਸਲਾ ਇਹ ਵੀ। ਹਾਂਜੀ, ਤੇ ਦੂਸਰੀ ਗੱਲ ਇਹ ਹੈ ਕਿ ਆਪਣੇ ਬੱਚਿਆਂ ਨੂੰ ਨੰਬਰ ਯਾਦ ਕਰਾਓ ਸਭ ਤੋਂ ਪਹਿਲੇ, ਜਿਹੜੇ ਛੋਟੇ ਨੇ, ਜਿਹੜੇ ਇਸ ਤੁਸੀਂ ਸਮਝਦੇ ਹੋ ਕਿ ਅਗਰ ਗਵਾਚ ਗਿਆ ਤੇ ਇਹਨੂੰ ਘਰ ਨਹੀਂ ਸਮਝ ਲੱਗਣਾ ਜਾਂ ਰਾਤ ਬਰਾਤ, ਉਹਨੂੰ ਨੰਬਰ ਲਾਜ਼ਮੀ ਯਾਦ ਕਰਾਓ ਛੋਟੇ ਬੱਚਿਆਂ ਨੂੰ। ਤੇ ਦੂਸਰਾ ਇਹ ਹੈ ਕਿ ਅਗਰ 3-4 ਬੱਚੇ ਨੇ, ਬੇਟੇ ਨੇ, ਉਹਨਾਂ ਨੂੰ ਇੱਕ ਦੂਜੇ ਦੀ, ਵੱਡੇ ਛੋਟੇ ਦੀ ਇਸ ਤਰ੍ਹਾਂ ਤਰਬੀਅਤ ਦਿਓ ਕਿ ਭਾਈ ਕੋ ਇਹ ਕਰੋ, ਜਾਓ ਭਾਈ ਕੋ ਪੁੱਛ ਕੇ ਆਓ, ਇਹ ਤਾਂ ਨਹੀਂ ਕਰਨਾ, ਜਾਓ ਛੋਟੇ ਨੂੰ, ਚਲੋ ਛੋਟੀ ਭੈਣ ਆ ਤੇਰੀ, ਉਹਨੂੰ ਆ ਚੀਜ਼ ਲੈ ਕੇ ਦੇ, ਇੱਦਾਂ ਜਾਣ ਬੁੱਝ ਕੇ, ਨਾ ਵੀ ਜ਼ਰੂਰਤ ਹੋਵੇ। ਲੇਕਿਨ ਸਾਰੇ ਤੁਸੀਂ ਦੇਖੋਗੇ ਕਿ ਇਹ 80-80 ਸਾਲ ਦੇ ਵੀ ਹੋ ਜਾਣਗੇ ਨਾ, 100-100 ਸਾਲ ਦੇ ਵੀ ਮਾਸ਼ਾਅੱਲਾ, ਤੇ ਸਰ ਉਹ ਜਿਹੜਾ ਉਹਨਾਂ ਨੂੰ ਤੁਸੀਂ ਪਾਇਆ ਹੋਏਗਾ ਨਾ ਦਿਮਾਗ 'ਚ, ਉਹ ਜਾਏਗਾ ਨਹੀਂ। ਮੇਰੇ ਕਜ਼ਨ ਨੇ, ਮੇਰੀ ਫੁੱਫੀ ਦੇ ਬੇਟੇ, ਭਾਈ ਕਹਿ ਕੇ ਉਹਨਾਂ ਨੇ ਅੱਜ ਵੀ ਬੁਲਾਉਣਾ, ਮਜਾਲ ਆ ਮੇਰੇ ਅੱਗੇ ਅੱਖ ਚੁੱਕ ਜਾਣ, ਮਜਾਲ ਆ ਕੋਈ ਗੱਲਬਾਤ ਕਰ ਜਾਣ। ਮੈਂ ਉਹਨਾਂ ਦੇ ਮਾਂ ਪਿਓ ਦੇ ਸਾਹਮਣੇ ਚੰਡ ਮਾਰ ਦਿਆਂ ਉਹਨਾਂ ਦੇ, ਜਿਹੜਾ ਮੇਰੇ ਤੋਂ ਛੋਟਾ ਹੋਵੇ, ਛੋਟਾ, ਉਹਦੇ ਮਾਂ ਪਿਓ ਨੇ ਇਹ ਨਹੀਂ ਕਹਿਣਾ ਤੂੰ ਕਿਉਂ ਮਾਰੀ, ਉਹਨੇ ਕਹਿਣਾ ਕਿਸੇ ਵਜ੍ਹਾ ਤੋਂ ਇਹਨੇ ਮਾਰੀ ਹੋਣੀ, ਤੂੰ ਕਿਉਂ ਰੋਣੇ ਆ। ਜੇ ਉਹਨੇ ਸ਼ਿਕਾਇਤ ਵੀ ਲਾਈ ਤਾਂ ਉਹਨੇ ਕਹਿਣਾ ਕਿਉਂ, ਉਹਨੇ ਕਿਸੇ ਵਜ੍ਹਾ ਤੋਂ ਮਾਰੀ, ਵੱਡਾ ਵਾ ਬਸ। ਲੈ ਉਹਦੀ ਮਜਾਲ ਹੈਗੀ ਹੈ ਕਿ ਉਹ
ਕੱਲ ਨੂੰ ਖੁਦਾ ਅੱਲਾ ਨਾ ਕਰੇ ਸਾਰਿਆਂ ਨੇ ਤੁਰ ਜਾਣਾ, ਮਾਂ ਪਿਓ ਤੋਂ ਬਗੈਰ ਵੀ ਅੱਜ ਮੈਨੂੰ ਮਿਲਦਾ ਵਾ। ਬਾਪ ਨਹੀਂ ਹੈਗਾ, ਮੇਰੇ ਚਾਚੇ ਦਾ ਬੇਟਾ ਨਹੀਂ ਹੈਗਾ, ਮੇਰੀ ਫੁੱਫੀਆਂ ਦੇ ਬੇਟੇ, ਮੇਰੇ ਦਾਦਕਿਆਂ ਦਾ। ਯਾਰ ਮੈਂ ਤੁਹਾਨੂੰ ਕਿਸ ਦਿਨ ਨਾ ਪੂਰੀ ਇਹਨਾਂ ਦੀ ਇੱਕ ਸੁਣਾਵਾਂਗਾ ਕਿ ਯਾਰ ਕਿੱਡੀ ਖੂਬਸੂਰਤ ਫੈਮਿਲੀ ਮੇਰੇ ਦਾਦਕਿਆਂ ਦੀ। ਲੜਾਈ ਕੋਈ ਨਹੀਂ, ਗੱਲਬਾਤ ਕੋਈ ਨਹੀਂ, ਨਾ 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 ਉਸਤਾਦ, ਜਦੋਂ ਇਹ ਗੱਲ ਹੋਣੀ ਹੈ ਉਦੋਂ ਲੜਾਈ ਬਣਦੀ ਨਹੀਂ। ਭਾਵੇਂ ਤੂੰ ਜਾ ਕੇ ਸ਼ਿਕਾਇਤ ਲਾਉਣੀ ਹੈ ਕਿ ਮੈਨੂੰ ਉਹਨੇ ਮਾਰਿਆ, ਤੇ ਤੈਨੂੰ ਅੱਗੇ ਉਹਨੇ ਕਹਿਣਾ ਉਹਨੇ ਮਾਰਿਆ ਸਹੀ ਮਾਰਿਆ, ਮੈਂ ਹੋਰ ਮਾਰੇ ਨੂੰ ਰਿਆਸ ਜਾ ਦੇ ਨੂੰ ਹੋਰ ਮਾਰ, ਵਜ੍ਹਾ ਹੀ ਨਹੀਂ ਰਹਿਣੀ। ਲੈ ਅੱਗੇ ਤੋਂ ਆਊਗਾ ਤੇਰੇ ਕੋਲ ਸ਼ਿਕਾਇਤ ਲੈ ਕੇ, ਅੱਗੇ ਤੋਂ ਉਹਨੇ ਕਹਿਣਾ ਅੱਛਾ ਭਾਈ ਮੈਂ ਅੱਗੇ ਤੋਂ ਨਹੀਂ ਕਰਦਾ, ਉਹਨੇ ਮੈਨੂੰ ਕਹਿ ਦੇਣਾ। ਸਹੀ ਗੱਲ। ਇਹ ਛੋਟੀਆਂ ਛੋਟੀਆਂ ਚੀਜ਼ਾਂ ਨਾ ਆਪਣੀ ਲਾਈਫ 'ਚ ਕਰੋ, ਆਪਣੀ ਫੈਮਿਲੀ ਦੇ ਵਿੱਚ। ਲੋ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ। ਇਨਸ਼ਾਅੱਲਾ ਤਾਲਾ ਫਿਰ ਕੱਲ੍ਹ ਤੁਹਾਡੇ ਨਾਲ ਮੁਲਾਕਾਤ ਹੋਏਗੀ। ਅਜੀਬ ਜਿਹਾ ਪ੍ਰੋਗਰਾਮ ਹੋ ਗਿਆ, ਇਹਦੀ ਫੀਲ ਬਹੁਤ ਅਜੀਬ ਜੀ ਮੈਨੂੰ ਆਉਣ ਲੱਗ ਪਈ ਹੈ। ਇਹ ਮੈਨੂੰ ਇੰਝ ਲੱਗ ਰਿਹਾ ਕਿ ਪ੍ਰੋਗਰਾਮਾਂ ਤੋਂ ਨਾ ਕੁਛ ਬਾਹਰ ਨਿਕਲ ਕੇ ਕੁਛ ਚੀਜ਼ ਹੋ ਰਹੀ ਹੈ। ਇਹ ਉਹ ਨਹੀਂ, ਇਹਦੀ ਉਹ ਫੀਲ ਨਹੀਂ ਕਿ ਇੱਕ ਪ੍ਰੋਗਰਾਮ ਲੱਗਦਾ ਤੇ ਅਸੀਂ ਤੇ ਜੀ ਇੰਨੇ ਵਜੇ ਕਰਨਾ ਤੇ ਇੰਨੇ ਵਜੇ ਕਰਨਾ ਤੇ ਸਹੀ ਹੋ ਕੇ ਬਹਿਣਾ ਤੇ ਕੱਪੜੇ ਨਵੇਂ ਪਾਉਣੇ ਤੇ ਵਿੰਗੇ ਨਹੀਂ ਬਹਿਣਾ ਤੇ ਕੈਮਰੇ 'ਚ ਸਿੱਧੇ ਆਉਣਾ। ਇਹ ਉਹਨਾਂ ਸਾਰੀਆਂ ਚੀਜ਼ਾਂ ਤੋਂ ਅੱਗੇ ਨਿਕਲ ਗਿਆ ਕੋਈ ਪ੍ਰੋਗਰਾਮ। ਅੱਛਾਈ ਬੁਰਾਈ ਕੀ ਆ, ਪ੍ਰੋਗਰਾਮ ਨਹੀਂ ਸੀ ਸਹੀ, ਇਹਦੇ 'ਚ ਆਹ ਗੱਲ ਨਹੀਂ ਸਹੀ, ਇਹਨਾਂ ਸਾਰੀਆਂ 'ਚੋਂ ਟੱਪ ਕੇ ਨਾ ਕਿਤੇ ਹੋਰ ਚਲਾ ਗਿਆ ਪ੍ਰੋਗਰਾਮ। ਇਹ ਮਤਲਬ ਅਜੀਬ ਜਿਹਾ ਇਹਦੀ ਫੀਲ ਬੜੀ ਖੂਬਸੂਰਤ ਜੀ ਹੋ ਗਈ ਹੈ। ਔਰ ਅਸੀਂ ਵੀ ਵੈਸੇ ਕਰਦੇ ਰਹਿੰਦੇ ਹਾਂ ਕਿ ਮਤਲਬ ਕੋਈ ਵੀ ਸਦਕਾ ਕੋਈ ਲੰਘਦੇ ਪਾਉਂਦੇ ਸਾਰਾ ਅਸੀਂ ਕਰਦੇ ਰਹਿੰਦੇ, ਲੇਕਿਨ ਸਪੈਸ਼ਲ ਵੀ ਅਸੀਂ ਕਰਾਂਗੇ। ਤੁਸੀਂ ਵੀ ਜਿੱਥੇ ਜਿੱਥੇ ਹੈਗੇ ਜੇ ਸਾਡੇ ਲਈ, ਆਪਣੇ ਲਈ ਸਪੈਸ਼ਲ, ਸਾਡੀ ਇਸ ਗੈਦਰਿੰਗ ਲਈ ਜਿੱਥੇ ਵੀ ਹੋਵੇ ਉੱਥੇ ਕੁਛ ਨਾ ਕੁਛ ਦਿਆ ਕਰੋ। ਇਹ ਜ਼ਿਹਨ 'ਚ ਰੱਖ ਕੇ ਕਿ ਯਾਰ ਅੱਲਾਹ ਪਾਕ ਸਾਨੂੰ ਵੀ ਔਰ ਜਿਹੜੇ ਸਾਡੇ ਇਸ ਚੈਨਲ ਨਾਲ ਔਰ ਜਿਹੜੇ ਵੀ ਲੋਕ ਨੇ ਉਹਨਾਂ ਨੂੰ ਅੱਲਾਹ ਪਾਕ ਉਹਨਾਂ ਦੀਆਂ ਬਲਾਵਾਂ ਟਾਲੇ, ਲਾਜ਼ਮੀ ਦਿਆ ਕਰੋ, ਠੀਕ ਹੈ ਨਾ। ਤੇ ਅੱਲਾਹ ਪਾਕ ਸਾਡੀ ਮੁਹੱਬਤ ਇੱਦਾਂ ਹੀ ਰੱਖੇ, ਇੱਦਾਂ ਇਨਸ਼ਾਅੱਲਾ ਤਾਲਾ ਅਸੀਂ ਰਹੀਏ। ਔਰ ਗਲਤੀ ਗੁਸਤਾਖੀ ਕੋਈ ਸਾਡੇ ਕੋਲ ਹੋ ਜਾਏ ਤੇ ਭਾਵੇਂ ਤੁਸੀਂ ਮਾफ़ ਕਰ ਦਿਆ ਕਰੋ ਭਾਜੀ, ਠੀਕ ਆ। ਤੇ ਤੁਹਾਡੇ ਕੋਲ ਜੇ ਹੋ ਗਈ ਤੇ ਤੁਸੀਂ ਤੇ ਹੈ ਹੀ ਵੱਡੇ ਹੋ ਸਾਡੇ, ਅਸੀਂ ਤੁਹਾਨੂੰ ਕੀ ਮਾਫ਼ ਕਰਨਾ, ਮਾਲਕ ਬੰਦੇ। ਹਾਂ ਸਹੀ ਗੱਲ ਆ, ਤੁਸੀਂ ਭਾਵੇਂ ਹਾਂਜੀ ਦੀ ਬੌਸ ਇਜ਼ ਆਲਵੇਜ਼ ਰਾਈਟ। ਓਕੇ ਐਂਡ ਤੇ ਭਾਈ ਨੈਟ ਮੈਸੇਜ ਕਰ ਦਿੰਦੇ। ਠੀਕ, ਅੱਲਾਹ ਹਾਫਿਜ਼, ਪਾਕਿਸਤਾਨ ਜਿੰਦਾਬਾਦ।